ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਕਿਰਾਏਦਾਰੀ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣ ਲਈ ਸਾਡੇ ਅੱਜ ਦੇ ਮਾਹਰ ਸਾਡੇ ਵਿੱਚ ਹਾਜ਼ਰ ਨੇ। ਸਾਡੇ ਮਾਹਰ ਨੇ ਐਡਵੋਕੇਟ ਦਵਿੰਦਰ ਸ਼ਰਮਾ ਜੀ। ਦਵਿੰਦਰ ਜੀ, ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦਵਿੰਦਰ ਜੀ, ਸਾਡੇ ਦਰਸ਼ਕਾਂ ਨੂੰ ਇਹ ਗੱਲ ਦੱਸੋ ਕਿ ਕਿਰਾਏਦਾਰੀ ਸੰਬੰਧੀ ਹਿੰਦੁਸਤਾਨ ਦੇ ਵਿੱਚ ਕਿਹੜਾ ਕਾਨੂੰਨ ਹੈ ਜੀ? ਕਿਰਾਏਦਾਰੀ ਸੰਬੰਧੀ ਹਿੰਦੁਸਤਾਨ ਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਕਾਨੂੰਨ ਆਇਆ ਸੀ ਉਹ ਈਸਟ ਪੰਜਾਬ ਅਰਬਨ ਰੈਂਟ ਰਿਸਟ੍ਰਿਕਸ਼ਨ ਐਕਟ ਆਇਆ ਸੀ, ਜਿਹੜਾ ਪੰਜਾਬ 'ਚ ਐਪਲੀਕੇਬਲ ਸੀ 1949 ਦੇ ਵਿੱਚ। ਉਸ ਤੋਂ ਬਾਅਦ ਤਬਦੀਲ ਕਾਨੂੰਨ ਦੇ ਵਿੱਚ ਕਈ ਵਾਰੀ ਤਬਦੀਲੀਆਂ ਹੁੰਦੀਆਂ ਰਹੀਆਂ। ਹੁਣ ਜਿਹੜਾ ਅੱਜ ਦੀ ਡੇਟ 'ਚ ਜਿਹੜਾ ਲੇਟੈਸਟ ਕਾਨੂੰਨ ਚੱਲ ਰਿਹਾ ਉਹ ਪੰਜਾਬ ਰੈਂਟ ਐਕਟ 2005 ਹੈ। ਇਹ ਕਿਰਾਏਦਾਰੀ ਸੰਬੰਧੀ ਕਾਨੂੰਨ ਆਪਾਂ ਅੱਜ ਗੱਲਬਾਤ ਕਰਨੀ ਹੈ। ਸ਼ਰਮਾ ਜੀ, ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿਓ ਕਿ ਕਿਰਾਏਦਾਰ ਦੀ ਕੀ ਪਰਿਭਾਸ਼ਾ ਹੈ ਜੀ? ਕਿਰਾਏਦਾਰ, ਅਸੀਂ ਕਿਰਾਏਦਾਰੀ ਕਾਨੂੰਨ ਦੇ ਵਿੱਚ ਉਹਨੂੰ ਲੈਂਦੇ ਹਾਂ ਜਿਨ੍ਹਾਂ ਨੇ ਕਿਰਾਏ 'ਤੇ ਕੋਈ ਜ਼ਮੀਨ, ਦੁਕਾਨ ਜਾਂ ਘਰ ਲਿਆ ਹੋਵੇ ਅਤੇ ਉਹਦਾ ਉਹ ਕਿਰਾਏ ਦਿੰਦਾ ਹੋਵੇ, ਉਹਨੂੰ ਆਪਾਂ ਕਿਰਾਏਦਾਰ ਗਿਣਾਂਗੇ। ਇਸ ਤੋਂ ਅਗਲੀ ਗੱਲ ਹੈ ਦਵਿੰਦਰ ਜੀ, ਤੁਹਾਨੂੰ ਥੋੜ੍ਹੀ ਜਿਹੀ ਵਿਸਥਾਰ ਨਾਲ ਪੁੱਛਾਂਗੇ ਅਸੀਂ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਦ ਕਿਰਾਏਦਾਰ ਕੋਈ ਪ੍ਰਾਪਰਟੀ ਲੈਂਦਾ ਹੈ, ਜਾਇਦਾਦ ਕਿਰਾਏ 'ਤੇ ਲੈਂਦਾ ਹੈ, ਉਸ ਦਾ ਜਿਸ ਤੋਂ ਬੰਦੇ ਤੋਂ ਲਈ ਜਾਂਦੀ ਹੈ ਉਸ ਨੂੰ ਮਾਲਕ ਮਕਾਨ ਕਿਹਾ ਜਾਂਦਾ ਹੈ। ਬਿਲਕੁਲ ਜ਼ਰੂਰੀ ਹੈ ਇਹ ਗੱਲ ਕਿ ਜਿਹੜਾ ਮਾਲਕ ਮਕਾਨ ਹੈ ਉਹ ਜਿਹੜਾ ਆਪਾਂ ਲੀਗਲ ਭਾਸ਼ਾ ਜਿਹਨੂੰ ਆਪਾਂ ਕਹਿੰਦੇ ਰਜਿਸਟਰਡ ਓਨਰ ਉਹੀ ਹੋਵੇ ਕਿ ਹੋਰ ਬੰਦਾ ਵੀ ਕੋਈ ਮਾਲਕ ਮਕਾਨ ਹੋ ਸਕਦਾ ਹੈ ਜੀ? ਦੇਖੋ ਜੀ ਕਨਵਰਜੀਤ ਜੀ, ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਹੈ। ਅਸੀਂ ਕਿਰਾਏਦਾਰੀ ਕਾਨੂੰਨ ਦੇ ਵਿੱਚ ਇੱਕ ਅਸੀਂ ਲੈਂਡਲੋਰਡ ਸ਼ਬਦ ਦਾ ਇਸਤੇਮਾਲ ਕਰਦੇ ਹਾਂ, ਇੱਕ ਓਨਰ ਦਾ ਕਰਦੇ ਹਾਂ। ਓਨਰ ਉਹ ਇਨਸਾਨ ਹੁੰਦਾ ਹੈ ਜਿਹੜਾ ਵਾਕਈ ਉਸ ਜ਼ਮੀਨ ਦਾ ਮਾਲਕ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਓਨਰ ਬਾਹਰ ਵਿਦੇਸ਼ ਗਿਆ ਜਾਂ ਕਿਸੇ ਹੋਰ ਜ਼ਰੂਰੀ ਕੰਮ 'ਚ ਕਿਤੇ ਬਾਹਰ ਹੈਗਾ, ਜਿਹੜਾ ਉਸ ਵੇਲੇ ਕਿਰਾਏਨਾਮੀ ਲਿਖਣ ਵੇਲੇ ਉਪਲਬਧ ਨਾ ਹੈ। ਅਤੇ ਜਿਹੜਾ ਇਨਸਾਨ ਲੈਂਡਲੋਰਡ, ਉਹਨੂੰ ਅਸੀਂ ਕਹਿੰਦੇ ਹਾਂ ਜਿਹੜਾ ਇਨਸਾਨ ਕਿਰਾਏਦਾਰੀ ਤੋਂ, ਕਿਰਾਏ ਵਾਲੇ ਤੋਂ ਕਿਰਾਇਆ ਰਿਸੀਵ ਕਰਦਾ, ਉਹਨੂੰ ਅਸੀਂ ਲੈਂਡਲੋਰਡ ਕਹਿੰਦੇ ਹਾਂ। ਉਹ ਓਨਰ ਵੀ ਹੋ ਸਕਦਾ ਅਤੇ ਲੈਂਡਲੋਰਡ ਵੀ ਹੋ ਸਕਦਾ, ਪਰ ਜਿਹੜਾ ਲੈਂਡਲੋਰਡ ਹੈ ਉਹ ਕਦੀ ਓਨਰ ਨਹੀਂ ਹੋ ਸਕਦਾ। ਉਹਦੇ ਲਈ ਇਹ ਹੈ ਕਿ ਓਨਰ ਦਾ ਹੋਣਾ ਲੈਂਡਲੋਰਡ ਵਾਸਤੇ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਆ ਵੀ ਦੇਖਦੇ ਹਾਂ ਕਿ ਬਹੁਤ ਸਾਰੀ ਵਾਰ ਅਸੀਂ ਸਮਾਜ 'ਚ ਆਹ ਗੱਲ ਦੇਖਦੇ ਹਾਂ ਕਿ ਇੱਕ ਬੰਦਾ ਹੈ ਜਿਸ ਨੇ ਆਪਣੀ ਜਾਇਦਾਦ ਗਾਹਾਂ ਕਿਰਾਏ ਉੱਤੇ ਦੇ ਦਿੱਤੀ ਹੈ, ਪਰ ਉਹ ਰੱਬ ਨਾ ਕਰੇ ਕਿ ਉਹ ਬੰਦਾ ਚੱਲ ਵਸਦਾ ਹੈ ਜਾਂ ਉਸ ਦਾ ਹੁੰਦਾ ਹੈ ਕਿ ਮੈਂ ਆਪਣੀ ਇਹ ਜਿਹੜੀ ਆ ਪ੍ਰਾਪਰਟੀ ਵੇਚ ਦੇਵਾਂ, ਤਾਂ ਫਿਰ ਉਸ ਵੇਲੇ ਜਿਹੜੀ ਕਿਰਾਏਦਾਰੀ ਦਾ ਕੀ ਹੁੰਦਾ ਹੈ? ਕੀ ਉਹ ਜਿਹੜੇ ਬੰਦੇ ਦੇ ਨਾਂ 'ਤੇ ਜਾਇਦਾਦ ਹੁੰਦੀ ਉਸ ਦੇ ਵਾਰਸ ਅੱਗੇ ਆ ਸਕਦੇ ਉਸ ਦੀ ਜਗ੍ਹਾ? ਥੋੜ੍ਹਾ ਜਿਹਾ ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਵਾਰ ਜਿਹੜਾ ਕਿਰਾਏਦਾਰ ਜਾਂ ਮਕਾਨ ਮਾਲਕ, ਜਿਹੜਾ ਮਕਾਨ ਮਾਲਕ ਕਿਰਾਏ ਨੂੰ ਦਿੰਦਾ ਹੈ ਜ਼ਮੀਨ, ਉਹ ਜਿਸ ਵੇਲੇ ਇੱਕ ਵਾਰੀ ਉਹਨੂੰ ਦੇ ਦਿੰਦਾ ਹੈ, ਕੱਲ੍ਹ ਨੂੰ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਹ ਤੋਂ ਬਾਅਦ ਜਿਹੜੇ ਉਹਦੇ ਬੱਚੇ ਆਉਂਦੇ ਹੈ ਉਹ ਟੈਨੈਂਸੀ ਅਸੀਂ ਕਹਿੰਦੇ ਹਾਂ। ਟੈਨੈਂਸੀ ਜਿਹੜੀ ਕਿਰਾਏਦਾਰੀ ਨਾਮਾ ਹੈ ਉਹ ਹੈਰੀਟੇਬਲ ਹੈਗਾ। ਜੇ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਕੁਛ ਹਦਾਇਤਾਂ ਦਿੱਤੀਆਂ ਗਈਆਂ ਹੋਈਆਂ ਹੈ ਪੰਜਾਬ ਰੈਂਟ ਐਕਟ ਦੇ ਵਿੱਚ ਕਿ ਤੁਸੀਂ ਜ਼ਮੀਨ ਨੂੰ ਜਿਹੜੀ ਕਿਰਾਏ 'ਤੇ ਦਿੱਤੀ ਉਹ ਕਿਹਦਾ ਖਾਲੀ ਕਰਾ ਸਕਦੇ ਹੋ। ਉਹਦੇ ਵਿੱਚ ਉਹ ਕਾਰਕ ਹੈਗੇ ਆ, ਜੇ ਤੁਸੀਂ ਉਹ ਕਾਰਕ ਨੂੰ ਫੁੱਲਫਿਲ ਕਰੋਗੇ, ਜੇ ਉਹ ਸਾਰੇ ਤੁਹਾਡੇ ਪੈਰਾਮੀਟਰ 'ਚ ਆਉਣਗੇ ਤਾਂ ਹੀ ਤੁਸੀਂ ਉਹ ਜਿਹੜੀ ਕਿਰਾਏ ਵਾਲੀ ਜ਼ਮੀਨ ਦਿੱਤੀ ਹੋਈ ਖਾਲੀ ਕਰਾ ਸਕਦੇ ਹੋ। ਇਹ ਤਾਂ ਗੱਲ ਸੀਗੀ ਸ਼ਰਮਾ ਜੀ ਕਿ ਕੌਣ ਮਾਲਕ ਹੈ ਜਾਂ ਕੌਣ ਕਿਰਾਏਦਾਰ ਹੈ। ਇਸ ਤੋਂ ਆਪਾਂ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਥੋੜ੍ਹਾ ਜਿਹਾ ਇਸ ਗੱਲ ਦੇ ਉੱਤੇ ਜਾਣਕਾਰੀ 'ਚ ਵਾਧਾ ਕਰੋ ਸਾਡੇ ਦਰਸ਼ਕਾਂ ਦੀ ਕਿ ਕਿਹੜੀਆਂ ਜਾਇਦਾਦਾਂ ਹੈ ਕਿਰਾਏ 'ਤੇ ਦਿੱਤੀਆਂ ਜਾ ਸਕਦੀਆਂ? ਕੋਈ ਇਹੋ ਜਿਹੀ ਵੀ ਜਾਇਦਾਦ ਹੈ ਜਿਸ ਨੂੰ ਕਾਨੂੰਨ ਮੁਤਾਬਕ ਅਸੀਂ ਕਿਰਾਏ 'ਤੇ ਨਹੀਂ ਦੇ ਸਕਦੇ ਜੀ? ਦੇਖੋ ਜੀ ਕਨਵਰਜੀਤ ਜੀ, ਕਿਰਾਏਦਾਰੀ ਵਿੱਚ ਅਸੀਂ ਜਿਸ ਜ਼ਮੀਨ ਦੇ ਅਸੀਂ ਮਾਲਕ ਹਾਂ, ਅਸੀਂ ਉਹੀ ਜ਼ਮੀਨ ਅਸੀਂ ਕਿਰਾਏ 'ਤੇ ਦੇ ਸਕਦੇ ਹਾਂ। ਜੇ ਕੋਈ ਜ਼ਮੀਨ ਹੋਰ ਕਿਸੇ ਪਰਪਸ ਵਾਸਤੇ ਦਿੱਤੀ ਹੋਈ ਹੈ ਜਾਂ ਕੋਈ ਸਰਕਾਰ ਨੇ ਕੋਈ ਉਹਦੇ ਵਿੱਚ ਕੋਈ ਫੋਰਨ ਡਿਗਨਿਟਰੀਜ਼ ਰਹਿ ਰਹੇ ਹੈ ਜਾਂ ਕੋਈ ਸਟੇਟ ਗਵਰਨਮੈਂਟ ਦੀ ਮਸ਼ੀਨਰੀ ਹੈ, ਉਹਨਾਂ ਵਿੱਚ ਇਹ ਜਿਹੜੀਆਂ ਪ੍ਰੀਮਿਸਿਸ ਹੈ ਜਾਂ ਜਿਹੜਾ ਰੈਂਟ ਐਕਟ ਹੈਗਾ ਉੱਥੇ ਐਪਲੀਕੇਬਲ ਨਹੀਂ ਹੁੰਦਾ। ਜਿਹੜਾ ਤੁਸੀਂ ਇੱਕ ਲੈਂਡਲੋਰਡ, ਟੇਨੈਂਟ ਜਾਂ ਓਨਰ ਜਿਹੜਾ ਹੈਗਾ, ਜੇ ਉਹਨੇ ਜ਼ਮੀਨ ਕਿਰਾਏ 'ਤੇ ਦਿੱਤੀ ਹੋਈ ਹੈ ਉਹਨਾਂ ਵਿੱਚ ਹੀ ਉਹ ਐਪਲੀਕੇਬਲ ਹੋਏਗਾ। ਅਤੇ ਸ਼ਹਿਰ ਦੀ ਪ੍ਰੋਪਰਟੀ ਵਾਸਤੇ ਖਾਸ ਤੌਰ 'ਤੇ ਇਹ ਪੰਜਾਬ ਰੈਂਟ ਐਕਟ ਬਣਿਆ ਹੋਇਆ, ਜਿੱਥੇ ਅਰਬਨ ਏਰੀਆਜ਼ ਹੈ ਜਾਂ ਜਿੱਥੇ ਮਿਊਨਸਿਪਲ ਕਮੇਟੀਜ਼ ਹੈ ਜਾਂ ਮਿਊਨਸਿਪਲ ਕੌਂਸਲ ਹੈ ਜਾਂ ਕੋਈ ਨੋਟੀਫਾਈਡ ਏਰੀਆ ਕਮੇਟੀਜ਼ ਹੈਗੀਆਂ, ਉੱਥੇ ਪੰਜਾਬ ਰੈਂਟ ਐਕਟ ਐਪਲੀਕੇਬਲ ਹੁੰਦਾ। ਜਿੱਦਾਂ ਅਸੀਂ ਸ਼ਰਮਾ ਜੀ ਦੇਖਦੇ ਹਾਂ ਕਿ ਭਲੇ ਵੇਲਿਆਂ 'ਚ ਹੁੰਦਾ ਸੀਗਾ ਕਿ ਕੋਈ ਵੀ ਜਿਹੜਾ ਅਗਰੀਮੈਂਟ ਹੈ ਜਾਂ ਕੁਛ ਵੀ ਹੈ ਉਹ ਮੂੰਹ ਜ਼ਬਾਨੀ ਹੋ ਜਾਂਦਾ ਸੀ, ਸਾਡੇ ਭਲੇ ਬਜ਼ੁਰਗ ਕਰ ਲੈਂਦੇ ਸੀ। ਪਰ ਅੱਜ ਕੱਲ੍ਹ ਦੌਰ ਹੈ ਕਿ ਹਰ ਗੱਲ ਜਿਹੜਾ ਹੈ ਉਹ ਕਹਿੰਦੇ ਹੈ ਕਿ ਲਿਖਤੀ ਦੇ ਵਿੱਚ ਕੀਤੀ ਜਾਵੇ। ਬਿਲਕੁਲ। ਥੋੜ੍ਹਾ ਜਿਹਾ ਇਸ ਗੱਲ ਦੇ ਉੱਤੇ ਤਵੱਜੋ ਦੇ ਕੇ ਸਾਨੂੰ ਦੱਸੋ ਕਿ ਜਿਹੜਾ ਕਿਰਾਏਨਾਮਾ ਹੈ ਜਾਂ ਰੈਂਟ ਐਗਰੀਮੈਂਟ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ, ਲਿਖਤੀ ਰੂਪ ਦੇ ਵਿੱਚ ਲਿਆਉਣਾ ਕਿੰਨਾ ਕੁ ਜ਼ਰੂਰੀ ਹੈ ਜੀ?
ਦੇਖੋ ਜੀ ਕਨਵਰਜੀਤ ਜੀ, ਲਿਖਤੀ ਰੂਪ ਦੇ ਵਿੱਚ ਕੋਈ ਵੀ ਜਿਹੜੀਆਂ ਸ਼ਰਤਾਂ ਹੈਗੀਆਂ, ਜੇ ਜਦ ਵੀ ਤੁਸੀਂ ਓਰਲੀ, ਜਿੱਦਾਂ ਤੁਸੀਂ ਕਿਹਾ ਕਿ ਪਹਿਲੇ ਸਮੇਂ ਦੇ ਵਿੱਚ ਓਰਲੀ ਦੇ ਦਿੰਦੇ ਸੀ ਵੀ ਤੁਹਾਨੂੰ ਇਹ ਕਿਰਾਏ ਤੇ ਜ਼ਮੀਨ ਦਿੱਤੀ ਹੈ, ਓਰਲੀ ਦੇ ਵਿੱਚ ਕਈ ਵਾਰੀ ਇਦਾਂ ਦੀਆਂ ਵਾਅਦੇ ਹੋ ਜਾਂਦੇ ਸੀ ਕਿ ਅਸੀਂ ਜ਼ਮੀਨ ਦਿੱਤੀ ਹੋਈ ਸੀ ਕਿਸੇ ਪਰਪਸ ਵਾਸਤੇ, ਅਸੀਂ ਦਿੱਤੀ ਮੰਨ ਲਓ ਕਰਿਆਨੇ ਦੀ ਦੁਕਾਨ ਵਾਸਤੇ, ਉਹਨੇ ਉਹ ਕਰਿਆਨੇ ਦੀ ਦੁਕਾਨ ਬੰਦ ਕਰਕੇ ਕੋਈ ਹੋਰ ਵਪਾਰ ਕਰਤਾ ਹੈ, ਜਿਹਦੇ ਕਾਰਨ ਮੇਰੀ ਬਿਲਡਿੰਗ ਦਾ ਜਾਂ ਮੇਰੇ ਜਿਹੜੀ ਪ੍ਰੈਮਿਸਿਸ ਮੈਂ ਦਿੱਤੀ ਹੋਈ ਹੈ ਉਹਦਾ ਨੁਕਸਾਨ ਹੋ ਰਿਹਾ, ਉਹ ਫਿਰ ਅਸੀਂ ਉਹਦੇ ਵਾਸਤੇ ਅਸੀਂ ਕੁਝ ਕਹਿ ਨਹੀਂ ਸਕਦੇ ਸੀ, ਕਿਉਂਕਿ ਅਸੀਂ ਸਿੰਪਲ ਓਰਲੀ ਐਗਰੀਮੈਂਟ ਕੀਤਾ ਹੁੰਦਾ ਸੀ। ਲੇਕਿਨ ਹੁਣ ਜਦ ਲਿਖਤੀ ਤੌਰ ਤੇ ਅਸੀਂ ਜਦ ਲਿਖ ਦਿੰਦੇ ਹਾਂ ਕਿ ਅਸੀਂ ਇਹਨੂੰ ਇਸ ਪਰਪਸ ਵਾਸਤੇ ਜ਼ਮੀਨ ਦਿੱਤੀ ਹੈ ਜਾਂ ਪ੍ਰੈਮਿਸਿਸ ਦਿੱਤੇ ਹੈ, ਤੇ ਉਹ ਜਿਹੜਾ ਵਪਾਰ ਹੈ ਉਸੇ ਪ੍ਰੈਮਿਸਿਸ ਦੇ ਮੱਦੇਨਜ਼ਰ ਉਹ ਕਰ ਸਕਦਾ। ਉਸ ਤੋਂ ਇਲਾਵਾ ਜੇ ਕਰੂਗਾ ਫਿਰ ਉਹ ਸਾਡੇ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਚੇਂਜ ਆਫ ਯੂਜ਼ਰ। ਜਦ ਉਹਨੂੰ ਦਿੱਤੀ ਸੀ ਅਸੀਂ ਜ਼ਮੀਨ ਇੱਕ ਪਰਪਸ ਵਾਸਤੇ, ਪਰ ਉਹਨੇ ਉਹ ਪਰਪਸ ਹੀ ਚੇਂਜ ਕਰਤਾ, ਤੇ ਉਹਦੇ ਬਣਾ ਤੇ ਅਸੀਂ ਉਹਦੇ ਕੋਲੋਂ ਖਾਲੀ ਕਰਵਾ ਸਕਦੇ ਹਾਂ ਜ਼ਮੀਨ। ਇਹ ਤਾਂ ਸੀਗੀ ਗੱਲ ਜੀ ਲਿਖਣ ਤੱਕ। ਹੁਣ ਇਸ ਤੋਂ ਅਗਲੀ ਗੱਲ ਆ ਜਾਂਦੀ ਹੈ ਕਿ ਇਹਨੂੰ ਰਜਿਸਟਰ ਕਰਾਉਣਾ ਜਿਹੜਾ ਰੈਂਟ ਐਗਰੀਮੈਂਟ ਨੂੰ ਕਿੰਨਾ ਕੁ ਜ਼ਰੂਰੀ ਹੈ ਜੀ? ਕੀ ਇਹਨੂੰ ਬਿਨਾਂ ਰਜਿਸਟਰ ਕਰਾਏ ਵੀ ਆਪਾਂ ਕਿਰਾਏਦਾਰੀ ਚਲਾ ਸਕਦੇ ਹਾਂ, ਕਿ ਇਹ ਬਿਲਕੁਲ ਹੀ ਜ਼ਰੂਰੀ ਹੈ ਜੀ? ਇਹਦੇ ਬਾਰੇ ਦੱਸੋ ਜੀ। ਇਸ ਤਰ੍ਹਾਂ ਹੈ ਕਿ ਰੈਂਟ ਐਗਰੀਮੈਂਟ ਦਾ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਰਜਿਸਟਰਡ ਕਰਵਾਇਆ ਹੋਊਗਾ ਤੇ ਉਹਦੇ ਵਿੱਚ ਜਿਹੜੀਆਂ ਤੁਸੀਂ ਸ਼ਰਤਾਂ ਲਿਖੀਆਂ ਹੋਈਆਂ ਹੁਣ ਉਹ ਸਾਰੀਆਂ ਸ਼ਰਤਾਂ ਐਜ਼ ਇਟ ਇਜ਼ ਪੜ੍ਹੀਆਂ ਜਾਣਗੀਆਂ। ਜੇ ਐਗਰੀਮੈਂਟ ਆਮ ਤੌਰ ਤੇ ਕੀ ਹੁੰਦਾ ਸੀ, ਅਸੀਂ 11 ਮਹੀਨੇ ਦਾ ਐਗਰੀਮੈਂਟ ਕਰ ਲੈਂਦੇ ਸੀ। 11 ਮਹੀਨੇ ਦਾ ਜਿਹੜਾ ਐਗਰੀਮੈਂਟ ਹੁੰਦਾ ਉਹ ਸਿਰਫ ਉਹਦੇ ਵਿੱਚ ਤੁਸੀਂ ਜਿਹੜੀਆਂ ਉਹਦੇ ਵਿੱਚ ਉਹ ਸਿਰਫ ਲੈਂਡਲੌਰਡ ਟੇਨੈਂਟ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰਦਾ ਹੈ ਕਿ ਇਹਨਾਂ ਦੇ ਵਿੱਚ ਮਕਾਨ ਮਾਲਕ ਤੇ ਕਿਰਾਏਦਾਰ ਦਾ ਸੰਬੰਧ ਸੀ। ਬਾਕੀ ਜੋ ਵੀ ਸ਼ਰਤਾਂ ਹੈਗੀਆਂ ਉਹ ਨਹੀਂ ਪੜ੍ਹੀਆਂ ਜਾਣਗੀਆਂ। ਸਿਰਫ ਇੰਨਾ ਸਾਬਤ ਹੁੰਦਾ ਕਿ ਇਹਨਾਂ ਵਿੱਚ ਉਹ ਸੰਬੰਧ ਸੀਗਾ। ਲੇਕਿਨ ਜੇ ਐਗਰੀਮੈਂਟ ਰਜਿਸਟਰਡ ਹੋਏਗਾ ਤੇ ਉਹਦੇ ਵਿੱਚ ਜੋ ਸ਼ਰਤਾਂ ਤੁਸੀਂ ਲਿਖੋਗੇ ਉਹ ਸਾਰੀਆਂ ਸ਼ਰਤਾਂ ਮਾਨਯ ਹੋਣਗੀਆਂ ਦੋਨੋਂ ਪਾਰਟੀਆਂ ਨੂੰ। ਜੇ ਕੋਈ ਵੀ ਉਹਦੀ ਉਲੰਘਣਾ ਕਰੇਗਾ ਤੇ ਤੁਹਾਡੇ ਕੋਲ ਅਧਿਕਾਰ ਹੁੰਦਾ ਕਿ ਤੁਸੀਂ ਉਹਦੇ ਆ ਕੇ ਪੰਜਾਬ ਰੈਂਟ ਐਕਟ ਦੇ ਵਿੱਚ ਪਟੀਸ਼ਨ ਫਾਈਲ ਕਰ ਸਕੋ ਤੇ ਮਾਨਯੋਗ ਜੱਜ ਸਾਹਿਬ ਨੂੰ ਦੱਸ ਸਕੋ ਵੀ ਆਹ ਸਾਡਾ ਰੈਂਟ ਐਗਰੀਮੈਂਟ ਸੀਗਾ, ਇਹਦੇ ਵਿੱਚ ਇਹਨਾਂ ਨੇ ਆਹ ਤਬਦੀਲੀਆਂ ਕੀਤੀਆਂ ਜਾਂ ਆਹ ਚੇਂਜਸ ਕੀਤੀਆਂ, ਸਾਡੇ ਐਗਰੀਮੈਂਟ ਤੋਂ ਇਹ ਲਾਇਦਾ ਹੈਗੀਆਂ। ਉਸ ਬਿਨਾਂ ਤੇ ਤੁਹਾਡੀ ਜ਼ਮੀਨ ਖਾਲੀ ਹੋ ਸਕਦੀ ਹੈ ਜਿਹੜੀ ਤੁਸੀਂ ਕਿਰਾਏ ਤੇ ਦਿੱਤੀ ਹੋਈ। ਸੋ ਕਹਿਣ ਦਾ ਭਾਵ ਹੈ ਕਿ ਹਰ ਹਾਲਾਤ ਦੇ ਵਿੱਚ ਜਿਹੜਾ ਸਾਨੂੰ ਸਾਡਾ ਰੈਂਟ ਐਗਰੀਮੈਂਟ ਹੈ ਰਜਿਸਟਰ ਕਰਾਉਣਾ ਬਹੁਤ ਜ਼ਰੂਰੀ ਹੈ। ਤਾਂ ਇਸ ਦੇ ਨਾਲ ਲੱਗਦਾ ਹੀ ਸਾਡਾ ਅਗਲਾ ਸਵਾਲ ਹੈ ਕਿ ਆਮ ਤੌਰ 'ਤੇ ਅਸੀਂ ਸੁਣਦੇ ਹਾਂ ਸਮਾਜ ਦੇ ਵਿੱਚ ਕਿ ਲੀਜ਼ ਡੀਡ ਕਰ ਦਿੱਤੀ ਗਈ ਹੈ। ਕੀ ਲੀਜ਼ ਡੀਡ ਤਾਂ ਜਿਹੜਾ ਰੈਂਟ ਐਗਰੀਮੈਂਟ ਹੈ ਇਹ ਦੋਹੋਂ ਹੀ ਇੱਕੋ ਚੀਜ਼ ਦੇ ਦੋ ਨਾਮ ਹਨ ਕਿ ਦੋਨੋਂ ਇਹ ਚੀਜ਼ਾਂ ਇੱਕ ਦੂਜੇ ਤੋਂ ਵੱਖ-ਵੱਖ ਹਨ? ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਇਸ ਤਰ੍ਹਾਂ ਹੁੰਦਾ ਹੈ ਜੀ, ਲੀਜ਼ ਡੀਡ ਤੇ ਰੈਂਟ ਐਗਰੀਮੈਂਟ, ਜਿਹੜਾ ਰੈਂਟ ਐਗਰੀਮੈਂਟ ਜਿਸ ਵੇਲੇ ਕਰਦੇ ਉਹਦੇ ਵਿੱਚ ਅਸੀਂ ਕਲੌਜ਼ਸ ਬਣਾਏ ਆ ਜਿੱਦਾਂ ਪੰਜਾਬ ਰੈਂਟ ਐਕਟ ਦੇ ਵਿੱਚ ਉਹ ਪ੍ਰੋਵੀਜ਼ਨ ਐਪਲੀਕੇਬਲ ਹੁੰਦਾ। ਲੀਜ਼ ਡੀਡ ਦੇ ਵਿੱਚ ਅਸੀਂ ਇੱਕ ਨਿਰਧਾਰਿਤ ਸਮਾਂ ਲਿਖ ਦਿੰਦੇ ਹਾਂ ਕਿ 5 ਸਾਲ ਵਾਸਤੇ ਤੁਹਾਨੂੰ ਲੀਜ਼ ਡੀਡ ਤੇ ਦਿੱਤੀ ਹੈ। ਜਿਸ ਵੇਲੇ ਲੀਜ਼ ਡੀਡ ਦੇ 5 ਸਾਲ ਸਾਡੇ ਪੂਰੇ ਹੋ ਜਾਣਗੇ ਤੇ ਸਾਡੇ ਕੋਲ ਉਹਨੂੰ ਕੱਢਣ ਦਾ ਇੱਕ ਸਿਵਲ ਸੂਟ ਅਸੀਂ ਫਾਈਲ ਕਰਨਾ ਹੁੰਦਾ ਸਿਵਲ ਕੋਰਟਸ ਦੇ ਵਿੱਚ ਕਿ ਇਹ ਅਸੀਂ ਇਹਨੂੰ ਲੀਜ਼ ਡੀਡ ਦੇ ਵਿੱਚ ਪ੍ਰਾਪਰਟੀ ਦਿੱਤੀ ਸੀਗੀ ਤੇ ਹੁਣ ਇਹਦੀ ਮਿਆਦ ਜਿਹੜੀ ਹੈ ਖਤਮ ਹੋ ਗਈ ਹੈ, ਇਸ ਵਾਸਤੇ ਸਾਡੀ ਪ੍ਰਾਪਰਟੀ ਖਾਲੀ ਕਰੀ ਜਾਏ। ਲੇਕਿਨ ਜਿੱਥੇ ਅਸੀਂ ਰੈਂਟ ਐਗਰੀਮੈਂਟ ਕਰਾਂਗੇ, ਰੈਂਟ ਐਗਰੀਮੈਂਟ ਦੇ ਵਿੱਚ ਕਲੌਜ਼ਸ ਮੈਂਸ਼ਨ ਹੁੰਦੇ ਆ ਕਿ ਅਸੀਂ ਸੈਕਸ਼ਨਸ ਦਿੱਤੇ ਹੁੰਦੇ ਆ ਕਿ ਆਹ ਸਾਡੀਆਂ ਹਦਾਇਤਾਂ, ਇਹਦੇ ਮੁਤਾਬਕ ਤੁਸੀਂ ਵਪਾਰ ਕਰੋਗੇ। ਉਹ ਜੇ ਹਦਾਇਤਾਂ ਦੀ ਜਾਂ ਐਕਟ ਦੇ ਵਿੱਚ ਜਿਹੜੀ ਦਿੱਤੇ ਹੋਏ ਮਾਪਦੰਡਾਂ ਦੀ ਉਲੰਘਣਾ ਹੁੰਦੀ ਹੈ ਤਾਂ ਹੀ ਤੁਸੀਂ ਪੰਜਾਬ ਰੈਂਟ ਐਕਟ ਦੇ ਵਿੱਚ ਜਿਹੜੀ ਪਟੀਸ਼ਨ ਫਾਈਲ ਕਰ ਸਕਦੇ ਹੋ। ਲੀਜ਼ ਡੀਡ ਦੇ ਥੱਲੇ ਤੁਹਾਨੂੰ ਫਿਰ ਸਿਵਲ ਕੋਰਟ 'ਚ ਜਾ ਕੇ ਤੁਹਾਡਾ ਪੀਰੀਅਡ ਜਦ ਖਤਮ ਹੋ ਜਾਏਗਾ ਫਿਰ ਉੱਥੇ ਤੁਸੀਂ ਕਰੋਗੇ ਕਿ ਸਾਡਾ ਜਿਹੜਾ ਲੀਜ਼ ਡੀਡ ਪੀਰੀਅਡ ਹੈ ਉਹ ਖਤਮ ਹੋ ਗਿਆ ਤੇ ਹੁਣ ਅਸੀਂ ਆਪਣੀ ਪ੍ਰਾਪਰਟੀ ਨੂੰ ਖਾਲੀ ਕਰਵਾਉਣਾ ਚਾਹੁੰਦੇ ਹਾਂ ਤੇ ਉਹ ਤੁਸੀਂ ਉੱਥੇ ਸਿਵਲ ਕੋਰਟ 'ਚ ਫਾਈਲ ਕਰੋਗੇ। ਜੇ ਤੁਹਾਡਾ ਰੈਂਟ ਐਗਰੀਮੈਂਟ ਹੋਏਗਾ ਤੇ ਤੁਸੀਂ ਜਿਹੜੇ ਕਲੌਜ਼ਸ ਹੈਗੇ ਉਹਦੇ ਮੁਤਾਬਕ ਤੁਸੀਂ ਫਾਈਲ ਕਰ ਸਕਦੇ ਹੋ। ਇਹ ਤੁਸੀਂ ਬੜੇ ਸੁਚੱਜੇ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਰੈਂਟ ਐਗਰੀਮੈਂਟ ਤਾਂ ਲੀਜ਼ ਡੀਡ ਦੇ ਵਿੱਚ ਕੀ ਫਰਕ ਹੈ। ਤਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਅਸੀਂ ਪੜ੍ਹਦੇ ਹਾਂ ਕਿ ਲਾਇਸੈਂਸ ਡੀਡ ਕਰ ਦਿੱਤੀ ਗਈ ਹੈ। ਇਹ ਲਾਇਸੈਂਸ ਡੀਡ ਤੋਂ ਕੀ ਭਾਵ ਹੈ ਤਾਂ ਇਹਦਾ ਲੀਜ਼ ਡੀਡ ਤਾਂ ਲਾਇਸੈਂਸ ਡੀਡ ਦੇ ਵਿੱਚ ਕੀ ਫਰਕ ਹੈ ਉਹ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਇਸ ਤਰ੍ਹਾਂ ਹੁੰਦਾ ਹੈ ਕਿ ਲਾਇਸੈਂਸ ਡੀਡ ਦੇ ਵਿੱਚ ਅਸੀਂ ਕਿਸੇ ਨੂੰ ਵਰਤੋਂ ਵਾਸਤੇ ਜ਼ਮੀਨ ਦਿੰਦੇ ਹਾਂ, ਪਰ ਐਕਚੁਅਲ ਜਿਹੜੀ ਓਨਰਸ਼ਿਪ ਹੈ ਉਹ ਰਾਈਟ ਸਾਡੇ ਕੋਲ ਹੀ ਰਹਿੰਦਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਅਸੀਂ ਚੀਜ਼ ਦਿੱਤੀ ਕਿਸੇ ਨੂੰ ਕਿਰਾਏ ਨੂੰ 4 ਮਹੀਨੇ ਵਾਸਤੇ ਜਾਂ 5 ਮਹੀਨੇ ਵਾਸਤੇ ਜਾਂ 6 ਮਹੀਨੇ ਵਾਸਤੇ, ਅਸੀਂ ਉਹਨੂੰ ਲਾਇਸੈਂਸ ਦੇ ਦਿੰਦੇ ਹਾਂ। ਜਿੱਦਾਂ ਹੀ ਉਹਦਾ ਲਾਇਸੈਂਸ ਖਤਮ ਹੋਇਆ ਜਾਂ ਉਹ ਲਾਇਸੈਂਸ ਦੀ ਕੋਈ ਡੀਡ ਦੀ ਵਾਇਲੇਸ਼ਨ ਕਰਦਾ ਹੈ ਜੋ ਅਸੀਂ ਹਦਾਇਤਾਂ ਲਿਖਿਆ ਹੈ ਤਾਂ ਇਮੀਡੀਏਟਲੀ ਅਸੀਂ ਉਹਦੇ ਅਗੇਂਸਟ ਅਸੀਂ ਦਾਵਾ ਫਾਈਲ ਕਰਦੇ ਹਾਂ ਕਿ ਇਹਦਾ ਲਾਇਸੈਂਸ ਟਰਮੀਨੇਟ ਹੋ ਗਿਆ ਜਾਂ ਇਹ ਸਾਡੀਆਂ ਹਦਾਇਤਾਂ ਦੇ ਮੁਤਾਬਕ ਨਹੀਂ ਚੱਲ ਰਿਹਾ ਤੇ ਇਹਨੂੰ ਸਾਡੀ ਪ੍ਰਾਪਰਟੀ ਖਾਲੀ ਕਰਾ ਕੇ ਦਿੱਤੀ ਜਾਏ। ਲੀਜ਼ ਡੀਡ ਦੇ ਵਿੱਚ ਵੀ ਸਾਨੂੰ ਸਿਵਲ ਕੋਰਟ 'ਚ ਆਉਣਾ ਪੈਂਦਾ ਹੈ ਤੇ ਲਾਇਸੈਂਸ ਡੀਡ ਦੇ ਵਿੱਚ ਵੀ ਸਾਨੂੰ ਸਿਵਲ ਕੋਰਟ 'ਚ ਆਉਣਾ ਪੈਂਦਾ ਹੈ। ਜੇ ਸਾਡਾ ਰੈਂਟ ਐਗਰੀਮੈਂਟ ਹੋਏਗਾ ਤੇ ਰੈਂਟ ਐਗਰੀਮੈਂਟ ਦੇ ਮੁਤਾਬਕ ਸਾਨੂੰ ਜਿਹੜੇ ਕਲੌਜ਼ਸ ਅਸੀਂ ਮੈਂਸ਼ਨ ਕੀਤੇ ਆ, ਜੋ ਹਦਾਇਤਾਂ ਮੈਂਸ਼ਨ ਕੀਤੀਆਂ, ਜੇ ਉਹਦੀ ਕੋਈ ਵਾਇਲੇਸ਼ਨ ਕਰੇਗਾ ਜਾਂ ਉਹਦੀ ਉਲੰਘਣਾ ਕਰੇਗਾ ਤੇ ਉਹਦੇ ਵਿੱਚ ਜੋ ਹਦਾਇਤਾਂ ਦਿੱਤੀਆਂ ਉਹਦੇ ਮੁਤਾਬਿਕ ਹੀ
ਮੁਕੱਦਮਾ ਅਸੀਂ ਰੈਂਟ ਐਕਟ ਦੇ ਵਿੱਚ ਕਰ ਸਕਦੇ ਹਾਂ। ਸੋ ਜਦ ਅਸੀਂ ਕੋਈ ਵੀ ਇੱਕ ਲਿਖਤ ਪੜਤ ਕਰਦੇ ਹਾਂ ਕਿਰਾਏਦਾਰੀ ਸੰਬੰਧੀ ਜਾਂ ਆਪਾਂ ਲੀਜ਼ ਡੀਡ ਲਿਖਣੀ ਆ, ਲਾਇਸੈਂਸ ਡੀਡ ਲਿਖਣੀ, ਇਹਦਾ ਕੋਈ ਪੱਕਾ ਇੱਕ ਜਿਹੜਾ ਹੈਗਾ ਖਾਕਾ ਹੁੰਦਾ ਹੈ ਜਿਹਦੇ ਵਿੱਚ ਰਹਿ ਕੇ ਤੁਸੀਂ ਲਿਖਣੀ ਹੈ, ਕੋਈ ਖਾਸ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦਾ ਖਿਆਲ ਰੱਖਣਾ ਹੁੰਦਾ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਸਭ ਤੋਂ ਪਹਿਲੇ ਤੇ ਇੱਕ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਜਿਸ ਵੇਲੇ ਤੁਸੀਂ ਕਿਰਾਏ ਤੇ ਦੇ ਰਹੇ ਹੋ ਜ਼ਮੀਨ, ਜਿਹਨੂੰ ਕਿਰਾਏ ਤੇ ਦੇਣੀ ਹੈ ਉਹਦਾ ਪੂਰਾ ਪਤਾ, ਉਹਦਾ ਐਡਰੈਸ, ਤੁਸੀਂ ਕਿਸ ਪਰਪਸ ਵਾਸਤੇ ਦੇ ਰਹੇ ਹੋ ਉਹ ਪਰਪਸ ਜ਼ਰੂਰ ਲਿਖਿਆ ਹੋਣਾ ਚਾਹੀਦਾ। ਆਮ ਤੌਰ 'ਤੇ ਅਸੀਂ ਕੀ ਲਿਖਦੇ ਹਾਂ, ਅਸੀਂ ਪਰਪਸ ਲਿਖਣਾ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਇਹਨੂੰ ਕਿਰਾਏ ਤੇ ਜ਼ਮੀਨ ਜਿਹੜੀ ਦਿੱਤੀ ਹੈ ਉਹ ਕਾਹਦੇ ਪਰਪਸ ਵਾਸਤੇ ਦਿੱਤੀ ਹੈ। ਅਸੀਂ ਜੇ ਮੰਨ ਲਓ ਸ਼ੋਰੂਮ ਖੋਲ੍ਹਣ ਵਾਸਤੇ ਦਿੱਤੀ ਹੈ, ਕਰਿਆਨੇ ਦੀ ਦੁਕਾਨ ਖੋਲ੍ਹਣ ਵਾਸਤੇ ਅਸੀਂ ਲਿਖੀਏ ਕਿ ਅਸੀਂ ਇਹਨੂੰ ਕਰਿਆਨੇ ਦੀ ਦੁਕਾਨ ਖੋਲ੍ਹਣ ਵਾਸਤੇ ਦਿੱਤੀ ਹੈ ਤੇ ਸਾਡਾ ਜਿਹੜਾ ਕਿਰਾਇਆ ਇੰਨਾ ਹੋਏਗਾ। ਕਿਰਾਏ ਤੋਂ ਬਾਅਦ ਇਲਾਵਾ ਇਹ ਜਿਹੜੀ ਮਾਈਨਰ ਰਿਪੇਅਰਸ ਹੈ ਜਾਂ ਕੋਈ ਹਦਾਇਤਾਂ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ ਕੌਣ ਦੇਗਾ ਜੇ ਉਸ ਪ੍ਰੈਮਿਸਿਸ ਲੱਗਦਾ, ਜਾਂ ਕੋਈ ਸਰਕਾਰ ਦੀ ਕੋਈ ਨਵੀਂ ਨੋਟੀਫਿਕੇਸ਼ਨ ਆਉਂਦੀ ਹੈ ਤੇ ਉਹਦੇ ਤੇ ਹਦਾਇਤਾਂ ਦੇ ਮੁਤਾਬਕ ਕੌਣ ਉਹਨੂੰ ਜਿਹੜੇ ਪੈਸੇ ਦੇ ਰਹੇ। ਆਮ ਤੌਰ ਤੇ ਝਗੜਾ ਸਾਡਾ ਜਿਹੜਾ ਜ਼ਿਆਦਾ ਤੌਰ ਤੇ ਪੈਂਦਾ ਕਿ ਵਾਟਰ ਸੀਵਰੇਜ ਬਿੱਲ ਜਾਂ ਕੋਈ ਪਾਣੀ ਦਾ ਕੋਈ ਚੀਜ਼, ਕੋਈ ਐਸੀ ਗਵਰਨਮੈਂਟ ਹਦਾਇਤ ਦੇ ਦਿੰਦੀ ਹੈ, ਕਿਰਾਏਦਾਰ ਤੇ ਜਿਹੜਾ ਮਕਾਨ ਮਾਲਕ ਹੈ ਉਹਨਾਂ ਵਿੱਚ ਇਸੀ ਗੱਲ ਤੇ ਝਗੜਾ ਹੋ ਜਾਂਦਾ ਕਿ ਤੁਸੀਂ ਪੈਸੇ ਆ ਦੇਣੇ ਆ। ਜੇ ਤੁਸੀਂ ਸਪੈਸੀਫਾਈ ਕਰ ਦੋਗੇ ਕਿ ਕਦੀ ਵੀ ਕੋਈ ਹਦਾਇਤ ਆਉਂਦੀ ਹੈ ਜਾਂ ਫਾਇਰ ਐਕਸਟਿੰਗੁਇਸ਼ਰ, ਅੱਜ ਕੱਲ੍ਹ ਜਿਹੜੀ ਵੀ ਜ਼ਮੀਨ ਅਸੀਂ ਕਿਰਾਏ ਤੇ ਦੇ ਰਹੇ ਹਾਂ, ਜੇ ਕੋਈ ਅੱਛੀ ਇਮਾਰਤ ਹੈ ਤੇ ਉਹਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਗਵਰਨਮੈਂਟ ਦੀ ਗਾਈਡਲਾਈਨਸ ਹੈਗੀਆਂ, ਫਾਇਰ ਦਾ ਹੋਣਾ, ਫਾਇਰ ਐਕਸਟਿੰਗੁਇਸ਼ਰ ਦਾ ਹੋਣਾ, ਪਾਣੀ ਦੀ ਪ੍ਰੋਪਰ ਸਪਲਾਈ, ਤੁਸੀਂ ਆਸੇ ਪਾਸੇ ਜਿਹੜਾ ਇਨਸਾਨ ਹੈ ਉਹਨੂੰ ਕੋਈ ਨਿਊਸੈਂਸ ਨਹੀਂ ਕਰਨੀ, ਇਹ ਸਾਰੀ ਹਦਾਇਤਾਂ ਜੇ ਤੁਸੀਂ ਲਿਖੀਆਂ ਹੋਣਗੀਆਂ ਤੇ ਉਹਦੇ ਲਈ ਤੁਹਾਨੂੰ ਫਾਇਦਾ ਹੀ ਰਹਿੰਦਾ। ਤੇ ਉਹ ਹਦਾਇਤਾਂ ਜ਼ਰੂਰ ਲਿਖਣੀਆਂ ਚਾਹੀਦੀਆਂ। ਔਰ ਜਿਹੜੀ ਵੀ ਹਦਾਇਤਾਂ ਤੁਸੀਂ ਲਿਖਣਾ ਚਾਹੁੰਦੇ ਹੋ, ਜੇ ਤੁਸੀਂ ਆਪਣੀ ਪ੍ਰਾਪਰਟੀ ਕਿਰਾਏ ਤੇ ਦੇਣੀ ਹੈ ਤੇ ਉਹ ਸਾਰੀਆਂ ਲਿਖਤ ਬਲੈਕ ਐਂਡ ਵਾਈਟ ਦੀ ਸ਼ੇਪ 'ਚ ਹੋਣੀ ਚਾਹੀਦੀ ਹੈ ਕਿ ਕੋਈ ਵੀ ਇਨਸਾਨ ਉਹਨੂੰ ਪੜ੍ਹ ਸਕੇ ਤੇ ਉਹਨੂੰ ਸਮਝ ਸਕੇ ਕਿ ਉਹਦੇ ਵਿੱਚ ਕੀ ਲਿਖਿਆ ਤੇ ਕੀ ਹਦਾਇਤਾਂ ਤੇ ਉਹਦੇ ਮੁਤਾਬਕ ਹੀ ਮੈਨੂੰ ਕਿਰਾਏਦਾਰੀ ਨੂੰ ਕਾਇਮ ਰੱਖਣਾ ਪੈਣਾ। ਇਸ ਤੋਂ ਅੱਗੇ ਆਪਾਂ ਸਿਲਸਿਲਾ ਬਣਾਉਂਦੇ ਹਾਂ ਕਿ ਇੱਕ ਜਾਇਦਾਦ ਸੀਗੀ, ਅਸੀਂ ਕਿਰਾਏ ਦੇ ਉੱਤੇ ਦੇਤੀ, ਲਿਖਤ ਅਸੀਂ ਜਿਹੜੀ ਆ ਲੀਜ਼ ਡੀਡ ਵੀ ਲਿਖ ਲਈ ਆ ਜਾਂ ਕਿਰਾਏਨਾਮਾ ਲਿਖ ਲਿਆ। ਹੁਣ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿਹੜਾ ਮਿਆਦ ਆ ਕਿਰਾਏਦਾਰੀ ਦੀ ਉਹ ਪੂਰੀ ਹੋ ਚੁੱਕੀ ਹੈ, ਪਰ ਫਿਰ ਵੀ ਜਿਹੜਾ ਕਿਰਾਏਦਾਰ ਹੈ ਉਹ ਸਾਡੀ ਜਿਹੜੀ ਹੈ ਜਾਇਦਾਦ ਨੂੰ ਖਾਲੀ ਨਹੀਂ ਕਰ ਰਿਹਾ। ਉਸ ਦੇ ਲਈ ਜਿੱਦਾਂ ਤੁਸੀਂ ਸਾਨੂੰ ਦੱਸਿਆ ਕਿ ਸਿਵਲ ਕੋਰਟ ਦੇ ਵਿੱਚ ਜਾਣਾ ਪੈਂਦਾ ਹੈ ਕਿ ਕੋਈ ਜਿਹੜਾ ਸਾਡੇ ਸੰਵਿਧਾਨ ਮੁਤਾਬਕ ਜਾਂ ਕਾਨੂੰਨ ਮੁਤਾਬਕ ਕਿਰਾਏਦਾਰੀ ਸੰਬੰਧੀ ਕੋਈ ਸਪੈਸ਼ਲ ਕੋਰਟਾਂ ਬਣਾਈਆਂ ਗਈਆਂ ਹਨ, ਇਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਦੇਖੋ ਜੀ, ਜਿਹੜੇ ਤੇ ਕਿਰਾਏ ਦੇ ਮੁਕੱਦਮੇ ਹੈ ਉਹ ਜਲੰਧਰ ਅਦਾਲਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿੱਥੇ ਵੀ ਅਸੀਂ ਕਿਰਾਏਨਾਮੇ ਦਾ ਕਾਨੂੰਨ ਹੈਗਾ ਉੱਥੇ ਐਪਲੀਕੇਬਲ ਹੁੰਦੇ ਆ। ਜੇ ਅਸੀਂ ਗੱਲ ਕਰੀਏ ਸਿਰਫ ਜਿਹੜਾ ਸਪੈਸ਼ਲ ਪ੍ਰੋਵੀਜ਼ਨਸ ਕੁਝ ਬਣਾਏ ਆ ਉਹਦੇ ਵਾਸਤੇ ਸਪੈਸ਼ਲ ਅਦਾਲਤਾਂ ਹੈਗੀਆਂ। ਸਾਡੇ ਜਲੰਧਰ ਦੇ ਵਿੱਚ 2 ਅਦਾਲਤਾਂ ਹੈਗੀਆਂ ਜਿਹੜੇ ਸਪੈਸ਼ਲ ਕੇਸਿਸ ਜਿੱਦਾਂ NRI ਹੈ ਜਾਂ ਵਿਡੋਜ਼ ਹੈ ਜਾਂ ਹੈਂਡੀਕੈਪਸ ਹੈ ਉਹਨਾਂ ਦੇ ਕੇਸ ਉਹ ਡੀਲ ਕਰ ਰਹੇ ਆ। ਉਹ ਸਪੈਸ਼ਲ ਪ੍ਰੋਵੀਜ਼ਨ ਵੀ ਹੈ ਐਕਟ ਦੇ ਵਿੱਚ, ਬਸ਼ਰਤੇ ਜਿੱਦਾਂ ਤੁਸੀਂ ਕਿਹਾ ਹੈ ਕਿ ਲੀਜ਼ ਡੀਡ ਖਤਮ ਹੋ ਗਈ, ਲੀਜ਼ ਡੀਡ ਤੋਂ ਬਾਅਦ ਵੀ ਉਹ ਕਿਰਾਇਆ ਦੇ ਰਿਹਾ ਤੇ ਜਿਹੜਾ ਉਹ ਕਿਰਾਇਆ ਦੇ ਰਿਹਾ ਹੈ ਉਹਦਾ ਕਿਰਾਇਆ ਦੇਣ ਦਾ ਕੋਈ ਔਚਿੱਤਯ ਨਹੀਂ ਰਹਿ ਗਿਆ ਕਿਉਂਕਿ ਉਹਨਾਂ ਦੀ ਲੀਜ਼ ਡੀਡ ਖਤਮ ਹੋ ਚੁੱਕੀ ਹੈ। ਲੀਜ਼ ਡੀਡ ਖਤਮ ਹੋਣ ਤੋਂ ਬਾਅਦ ਉਹ ਇਲੀਗਲ ਆਕੂਪੈਂਟ ਬਣ ਜਾਂਦਾ ਹੈ ਪ੍ਰਾਪਰਟੀ ਦੇ ਕੰਸਰਨ, ਗੈਰ ਕਾਨੂੰਨੀ ਢੰਗ ਨਾਲ ਉਹਨੇ ਇੱਕ ਪ੍ਰਾਪਰਟੀ ਤੇ ਕਬਜ਼ਾ ਕੀਤਾ ਹੋਇਆ। ਇਸ ਵਾਸਤੇ ਜਿੰਨੀ ਦੇਰ ਤੱਕ ਉਹ ਪ੍ਰਾਪਰਟੀ ਤੇ ਰਹਿੰਦਾ ਹੈ ਅਸੀਂ ਉਹਦੇ ਲਈ ਤੇ ਮੀਨ ਪ੍ਰੋਫਿਟ ਵੀ ਅਸੀਂ ਉਹਦੇ ਕੋਲ ਮੰਗ ਸਕਦੇ ਹਾਂ ਕਿ ਤੂੰ ਹਰਜਾਨਾ ਦੇ ਸਾਨੂੰ ਜਿਹੜਾ ਮਾਰਕੀਟ ਰੇਟ ਆਫ ਰੈਂਟ ਦੇ ਮੁਤਾਬਕ ਕਿ ਤੇਰਾ ਲੀਜ਼ ਡੀਡ ਦਾ ਐਗਰੀਮੈਂਟ ਖਤਮ ਹੋ ਗਿਆ, ਉਹਦੇ ਬਾਵਜੂਦ ਵੀ ਤੂੰ ਸਾਡੀ ਜ਼ਮੀਨ ਤੇ ਬੈਠਾ ਹੋਇਆ ਤੇ ਉਹਦੇ ਲਈ ਉਹ ਮੁਕੱਦਮਾ ਜਿਸ ਵੇਲੇ ਕਰੇਗਾ ਉਹਦੇ ਵਿੱਚ ਉਹ ਦਰਖਾਸਤ ਦੇਵੇਗਾ ਕਿ ਜਿੰਨੀ ਦੇਰ ਤੱਕ ਸਾਡਾ ਮੁਕੱਦਮਾ ਚੱਲ ਰਿਹਾ ਜਾਂ ਮੁਕੱਦਮੇ ਦੌਰਾਨ ਇਹ ਸਾਨੂੰ ਹਰਜਾਨਾ ਦੇਵੇ, ਕਿਉਂਕਿ ਜਿਸ ਵੇਲੇ ਉਹਦੀ ਕਿਰਾਏਦਾਰੀ ਖਤਮ ਹੋ ਗਈ, ਲੀਜ਼ ਡੀਡ ਐਗਰੀਮੈਂਟ ਖਤਮ ਹੋ ਗਿਆ, ਉਸ ਤੋਂ ਬਾਅਦ ਉਹ ਇਲੀਗਲ ਆਕੂਪੈਂਟ ਬਣ ਗਿਆ ਤੇ ਇਲੀਗਲ ਆਕੂਪੈਂਟ ਨੂੰ ਕੋਈ ਅਧਿਕਾਰ ਨਹੀਂ ਉਹ ਜ਼ਮੀਨ ਤੇ ਰਹਿ ਸਕੇ। ਪਰ ਸਾਡਾ ਕਾਨੂੰਨ ਕਹਿੰਦਾ ਕਿਸੇ ਨੂੰ ਵੀ ਤੁਸੀਂ ਧੱਕੇ ਨਾਲ ਬਾਹਰ ਨਹੀਂ ਕੱਢ ਸਕਦੇ। ਇਸ ਵਾਸਤੇ ਕਾਨੂੰਨ ਦੀ ਰਾਹੀਂ ਮਦਦ ਲੈਣ ਦੇ ਬਈ ਅਸੀਂ ਦਾਅਵਾ ਕਰਾਂਗੇ ਦੀਵਾਨੀ ਅਦਾਲਤ 'ਚ, ਉਹ ਸਾਨੂੰ ਦਾਅਵੇ ਦੇ ਵਿੱਚ ਸਾਨੂੰ ਕਬਜ਼ਾ ਦਵਾਏਗਾ ਉਹਦਾ ਬੇਸ ਤੇ। ਪਰ ਜਿੰਨੀ ਦੇਰ ਤੱਕ ਸਾਡਾ ਦਾਅਵਾ ਚੱਲਦਾ ਉਨੀ ਦੇਰ ਤੱਕ ਉਹਨੂੰ ਅਸੀਂ ਸਾਡੀ ਦਰਖਾਸਤ ਤੇ ਕੋਰਟ ਉਹਨੂੰ ਹਦਾਇਤ ਦੇ ਸਕਦੀ ਹੈ ਕਿ ਤੁਸੀਂ ਇਹਨੂੰ ਜਿੰਨੀ ਦੇਰ ਤੱਕ ਤੁਸੀਂ ਇਸਤੇਮਾਲ ਕਰ ਰਹੇ ਹੋ ਇਹ ਪ੍ਰਾਪਰਟੀ ਦਾ ਤੁਸੀਂ ਹਰਜਾਨਾ ਦਿਓ। ਸੋ ਜਿੱਦਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਿਆ ਹੈ ਕਿ ਜਲੰਧਰ ਕੋਰਟ, ਮੇਰੇ ਕਹਿਣ ਦਾ ਭਾਵ ਕਿ ਤੁਹਾਡੇ ਕਿ ਜਲੰਧਰ ਕੋਰਟ ਮਤਲਬ ਕਿਸੇ ਵੀ ਜ਼ਿਲ੍ਹਾ ਕਚਹਿਰੀ ਦੇ ਵਿੱਚ ਅਸੀਂ ਜਾ ਕੇ ਜਿਹੜਾ ਹੈਗਾ ਇਹ ਜਿਹੜਾ ਕੇਸ ਇਹ ਦਾਇਰ ਕਰ ਸਕਦੇ ਹਾਂ। ਬਿਲਕੁਲ। ਇਸ ਦੇ ਨਾਲ ਲੱਗਦੀ ਅਗਲੀ ਗੱਲ ਹੈ ਇਹ ਤਾਂ ਹੈ ਕਿ ਕਿੱਥੇ ਅਸੀਂ ਕੇਸ ਕਰ ਸਕਦੇ ਹਾਂ। ਉਸ ਤੋਂ ਬਾਅਦ ਤੁਸੀਂ ਸਾਨੂੰ ਦੱਸਿਆ ਕਿ ਕਿਰਾਇਆ ਜੇ ਅਗਲਾ ਦੇਣਾ ਬੰਦ ਵੀ ਕਰ ਦੇਵੇ ਤਾਂ ਉਹ ਜਿਹੜਾ ਹੈਗਾ ਉਸ ਤੋਂ ਹਰਜਾਨਾ ਲਿਆ ਜਾ ਸਕਦਾ ਜਿੰਨੀ ਦੇਰ ਤਾਈਂ ਉਹ ਬੰਦਾ ਸਾਡੀ ਜਾਇਦਾਦ ਦੇ ਵਿੱਚ ਬੈਠਾ ਹੈ। ਬਿਲਕੁਲ। ਕੀ ਅਸੀਂ ਜੇ ਕੋਈ ਵਿਅਕਤੀ ਚਾਹੁੰਦਾ ਹੈ ਕਿਰਾਏਦਾਰੀ ਆਪਣੀ ਖਾਲੀ ਖਤਮ ਕਰਨਾ, ਉਹ ਟਾਈਮ ਪੂਰਾ ਹੋਣ ਤੋਂ ਪਹਿਲਾਂ ਵੀ ਖਤਮ ਕੀਤੀ ਜਾ ਸਕਦੀ ਹੈ? ਰਜਿਸਟਰਡ ਐਗਰੀਮੈਂਟ ਹੋ ਗਿਆ ਹੈ, ਉਸ ਦੇ ਵਿੱਚ ਲਿਖ ਦਿੱਤਾ ਗਿਆ ਹੈ ਕਿ 3 ਸਾਲ ਲਈ ਸਾਡੀ ਜਿਹੜੀ ਲੀਜ਼ ਡੀਡ ਹੈ ਜਾਂ ਕਿਰਾਏਨਾਮਾ ਲਿਖਿਆ ਗਿਆ ਹੈ,
ਕੀ ਦੋਹਾਂ ਧਿਰਾਂ ਦੇ ਵਿੱਚੋਂ ਕੋਈ ਧਿਰ ਉਸ ਨੂੰ ਸਮੇਂ ਤੋਂ ਪਹਿਲਾਂ ਵੀ ਖਤਮ ਕਰ ਸਕਦੀ ਹੈ ਜੀ? ਜਿਸ ਵੇਲੇ ਰੈਂਟ ਐਗਰੀਮੈਂਟ ਅਸੀਂ ਲਿਖਦੇ ਹਾਂ ਉਹਦੇ ਵਿੱਚ ਕੁਝ ਸ਼ਰਤਾਂ ਹੁੰਦੀਆਂ। ਜੇ ਸ਼ਰਤਾਂ ਦੇ ਵਿੱਚ ਇਹ ਚੀਜ਼ ਲਿਖੀ ਹੋਵੇ ਕਿ ਕੋਈ ਵੀ ਆਦਮੀ ਪ੍ਰੋਪਰਟੀ ਖਾਲੀ ਕਰ ਸਕਦਾ ਹੈ, ਉਹ ਆਮ ਤੌਰ ਤੇ ਅਸੀਂ ਲਿਖਦੇ ਹਾਂ ਜੇ ਲੈਂਡਲॉर्ड ਪ੍ਰੋਪਰਟੀ ਖਾਲੀ ਕਰਾਉਣਾ ਚਾਹੁੰਦਾ ਹੈ ਤੇ ਉਹ 2 ਮਹੀਨੇ ਜਾਂ 3 ਮਹੀਨੇ ਜਾਂ 4 ਮਹੀਨੇ ਦਾ ਕਿਰਾਇਆ ਜੋ ਉਹਦਾ ਬਣਦਾ ਜਾਂ ਕੋਈ ਸਿਕਿਉਰਿਟੀ ਉਹਨੇ ਰੱਖੀ ਹੋਈ ਹੈ ਉਹ ਉਹਨੂੰ ਵਾਪਸ ਦੇਗਾ। ਜੇ ਟੈਨੈਂਟ ਪ੍ਰੋਪਰਟੀ ਨੂੰ ਛੱਡਦਾ ਤੇ ਉਹ ਉਹਨੂੰ ਹਰਜਾਨਾ ਦੇ ਕੇ ਜਾਵੇਗਾ ਕਿ ਤੁਸੀਂ ਟਾਈਮ ਤੋਂ ਪਹਿਲੇ ਪ੍ਰੋਪਰਟੀ ਛੱਡ ਰਹੇ ਹੋ। ਲੇਕਿਨ ਜੇ ਓਨਰ ਚਾਹਵੇ, ਓਨਰ ਕਹੇ ਕਿ ਮੈਨੂੰ ਤਾਂ ਪ੍ਰੋਪਰਟੀ ਖਾਲੀ ਚਾਹੀਦੀ ਹੈ ਤੇ ਉਹਨੂੰ ਉਹ ਜਿਹੜੀ ਹਦਾਇਤਾਂ ਹੈਗੀਆਂ, ਜਿਹੜੀਆਂ ਕਲੌਜ਼ਸ ਹੈਗੀਆਂ ਸੈਕਸ਼ਨ ਦੇ ਵਿੱਚ, ਉਹਦੇ ਮੱਦੇ ਨਜ਼ਰ ਹੀ ਉਹ ਪ੍ਰੋਪਰਟੀ ਖਾਲੀ ਕਰਾ ਸਕਦਾ, ਉਸ ਤੋਂ ਇਲਾਵਾ ਨਹੀਂ ਕਰਾ ਸਕਦਾ, ਬਸ਼ਰਤੇ ਉਹਨਾਂ ਦਾ ਕੋਈ ਰੈਂਟ ਐਗਰੀਮੈਂਟ ਦੇ ਵਿੱਚ ਇਦਾਂ ਦਾ ਅਜਿਹਾ ਕਲੌਜ਼ ਨਾ ਹੋਵੇ ਜਿਹਦੇ ਵਿੱਚ ਉਹਨੂੰ ਟਾਈਮ ਤੋਂ ਪਹਿਲੇ ਖਾਲੀ ਕਰਾਉਣ ਦੀ ਕੋਈ ਕੰਡੀਸ਼ਨ ਉਹਨਾਂ ਨੇ ਪਹਿਲੇ ਤੋਂ ਹੀ ਪਾਈ ਹੋਵੇ। ਜੇ ਕੰਡੀਸ਼ਨ ਕੋਈ ਨਹੀਂ ਹੈਗੀ ਹੈ ਫਿਰ ਜੋ ਸਮਾਂ ਦਿੱਤਾ ਹੋਇਆ ਉਹਦੇ ਮੁਤਾਬਕ ਹੀ ਪ੍ਰੋਪਰਟੀ ਖਾਲੀ ਹੋਣੀ ਹੈ। ਇਹ ਤਾਂ ਗੱਲ ਹੈ ਜੀ, ਜਦ ਦੋਹਾਂ ਧਿਰਾਂ ਦੇ ਵਿੱਚੋਂ ਕੋਈ ਇੱਕ ਧਿਰ ਚਾਹੁੰਦੀ ਹੈ ਉਸ ਜਿਹੜਾ ਅਗਰੀਮੈਂਟ ਹੈ ਜਾਂ ਵਿੱਚ ਆਪਣਾ ਇੱਕ ਲਿਖਿਆ ਗਿਆ ਰੈਂਟ ਡੀਡ ਹੈ ਉਸ ਨੂੰ ਖਤਮ ਕਰਨਾ। ਪਰ ਆਪਾਂ ਇਹੋ ਜਿਹੀ ਵੀ ਕੋਈ ਜਿਹੜੀ ਸਾਡੇ ਕਾਨੂੰਨ ਦੇ ਵਿੱਚ ਵਿਧੀ ਮੌਜੂਦ ਹੈ ਜਿਹਦੇ ਮੁਤਾਬਕ ਆ ਸਮਝਿਆ ਜਾਂਦਾ ਹੈ ਕਿ ਦੋਹਾਂ ਧਿਰਾਂ ਦੇ ਵਿੱਚੋਂ ਕੋਈ ਧਿਰ ਕੋਈ ਇਹੋ ਜਿਹਾ ਕੰਮ ਕਰਦੀ ਹੈ ਜਿਹਨਾਂ ਆਪਾਂ ਮੰਨਦੇ ਹਨ ਕਿ ਇਹ ਜਿਹੜਾ ਰੈਂਟ ਐਗਰੀਮੈਂਟ ਹੈ ਇਹ ਖਤਮ ਹੋ ਗਿਆ ਹੈ? ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਵੇਲੇ ਅਸੀਂ ਰੈਂਟ ਐਗਰੀਮੈਂਟ ਨੂੰ ਲਿਖਦੇ ਹਾਂ ਉਹਦੇ ਵਿੱਚ ਕੁਝ ਸ਼ਰਤਾਂ ਮੈਂਸ਼ਨ ਕੀਤੀਆਂ ਹੁੰਦੀਆਂ। ਜਿਸ ਵੇਲੇ ਅਸੀਂ ਰੈਂਟ ਐਗਰੀਮੈਂਟ ਦੀ ਗੱਲ ਕਰਦੇ ਹਾਂ, ਅਸੀਂ ਕਿਰਾਏਦਾਰ ਵੀ ਸੰਬੰਧੀ ਕਾਨੂੰਨ ਦੀ ਗੱਲ ਕਰਦੇ ਹਾਂ, ਉਸ ਵੇਲੇ ਸਾਨੂੰ ਜੇ ਪ੍ਰੋਪਰਟੀ ਖਾਲੀ ਕਰਾਣੀ ਹੈ ਤੇ ਜੋ ਸਾਨੂੰ ਸੈਕਸ਼ਨਸ ਜਾਂ ਜੋ ਸਾਨੂੰ ਕਲੌਜ਼ਸ ਸਾਨੂੰ ਰੈਂਟ ਐਕਟ ਦੇ ਵਿੱਚ ਮੌਜੂਦ ਹੈ ਉਹਦੇ ਬਿਆਨ ਤੇ ਹੀ ਪ੍ਰੋਪਰਟੀ ਖਾਲੀ ਹੋ ਸਕਦੀ ਹੈ। ਉਹਦੇ ਵਿੱਚ ਜੇ ਕਿਰਾਏਦਾਰ ਕਿਰਾਇਆ ਨਹੀਂ ਦਿੰਦਾ ਜਾਂ ਉਹਨੇ ਜਿਹੜੀ ਵਰਤੋਂ ਵਾਸਤੇ ਲਈ ਸੀ ਵਰਤੋਂ ਚੇਂਜ ਕਰਤੀ ਜਾਂ ਕੋਈ ਬਿਲਡਿੰਗ ਦੀ ਅਜਿਹੀ ਹਾਲਤ ਹੈ, ਸਟੇਟ ਗਵਰਨਮੈਂਟ ਦਾ ਕੋਈ ਨੋਟੀਫਿਕੇਸ਼ਨ ਹੈ ਕਿ ਬਿਲਡਿੰਗ ਨੂੰ ਢਾਣਾ ਜ਼ਰੂਰੀ ਹੈ ਜਾਂ ਕੋਈ ਐਡੀਸ਼ਨ ਆਲਟਰੇਸ਼ਨ ਕਰ ਰਿਹਾ ਹੈ ਜਾਂ ਕੋਈ ਅਜਿਹੀ ਚੀਜ਼ ਕਰ ਰਿਹਾ ਆਂਢ ਗੁਆਂਢ ਨੂੰ ਤੰਗ ਕਰ ਰਿਹਾ ਜਾਂ ਉਹਦੀ ਜਿਹੜੀ ਐਕਟੀਵਿਟੀ ਹੈ ਉਹ ਆਸ ਪੜੋਸ ਨੂੰ ਉਸ ਐਕਟੀਵਿਟੀ ਦੇ ਕਾਰਨ ਸ਼ੋਰ ਸ਼ਰਾਬਾ ਹੋ ਰਿਹਾ ਤੇ ਉਹ ਤੰਗ ਪਰੇਸ਼ਾਨ ਹੋ ਰਿਹਾ, ਤਾਂ ਉਹਨਾਂ ਦੇ ਬੇਸ ਤੇ ਉਹਨਾਂ ਦੇ ਬਿਆਨ ਤੇ ਤੁਸੀਂ ਮੁਕੱਦਮਾ ਮਾਨਯੋਗ ਅਦਾਲਤ ਵਿੱਚ ਲਾ ਸਕਦੇ ਹੋ ਤੇ ਉਹ ਕਲੌਜ਼ਸ ਦੇ ਵਿੱਚ ਜੇ ਤੁਸੀਂ ਸਾਬਤ ਕਰਦੇ ਹੋਗੇ ਤੇ ਉਹਦੇ ਮੁਤਾਬਕ ਉਹਨਾਂ ਨੂੰ ਬੇਦਖਲੀ ਦਾ ਉਹਨਾਂ ਦੇ ਵਾਸਤੇ ਹੁਕਮ ਜਾਰੀ ਕਰ ਦੇਗੀ ਅਦਾਲਤ। ਇਹ ਤਾਂ ਗੱਲ ਸੀਗੀ ਦਵਿੰਦਰ ਜੀ ਕਿ ਜੇ ਕੋਈ ਕਿਰਾਏਦਾਰ ਆਪਣਾ ਪ੍ਰਾਪਰਟੀ ਦੇ ਵਿੱਚ ਜਿਹੜਾ ਹੈਗਾ ਫੇਰ ਬਦਲ ਕਰਦਾ ਹੈ ਜਾਂ ਕਿਰਾਏਦਾਰ ਦੇ ਐਂਡ ਦੇ ਉੱਤੇ ਕੋਈ ਗੱਲ ਹੁੰਦੀ ਆ ਤਾਂ ਜਿਹੜਾ ਹੈਗਾ ਉਸ ਦੀ ਕਿਰਾਏਦਾਰੀ ਮੰਨੀ ਜਾਂਦੀ ਹੈ ਕਿ ਖਤਮ ਹੋ ਸਕਦੀ ਹੈ, ਅਸੀਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਾਂ। ਜੇ ਕੋਈ ਮਾਲਕ ਮਕਾਨ ਚਾਹਵੇ ਕਿ ਮੈਂ ਆਹ ਪ੍ਰਾਪਰਟੀ ਖਾਲੀ ਕਰਨੀ, ਮੈਨੂੰ ਆਪਣੀ ਇੱਕ ਲੋੜ ਹੈ, ਲੋੜ ਦੇ ਲਈ ਮੈਂ ਆਹ ਜਿਹੜੀ ਜਾਇਦਾਦ ਖਾਲੀ ਕਰਵਾਉਣਾ ਚਾਹੁੰਦਾ ਹੈ, ਕਾਨੂੰਨ ਮੁਤਾਬਕ ਉਸ ਲੋੜ ਦੀ ਕੀ ਪਰਿਭਾਸ਼ਾ ਹੈ ਜੀ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਕਾਨੂੰਨ ਮੁਤਾਬਕ ਜੇ ਮਕਾਨ ਮਾਲਕ ਨੇ ਆਪਣੀ ਜ਼ਮੀਨ ਖਾਲੀ ਕਰਵਾਉਣੀ ਹੈ ਤੇ ਉਹਨੂੰ ਅਦਾਲਤ ਦਾ ਦਰਵਾਜ਼ਾ ਖਟਖਟਾਉਣਾ ਪੈਂਦਾ ਹੈ ਤੇ ਉਹਦੇ ਵਿੱਚ ਉਹਨੂੰ ਦੱਸਣਾ ਪੈਂਦਾ ਹੈ ਕਿ ਮੇਰੀ ਜਿਸ ਵੇਲੇ ਮੈਂ ਕਿਰਾਇਆ ਤੇ ਦਿੱਤੀ ਸੀ ਪ੍ਰਾਪਰਟੀ ਉਸ ਵੇਲੇ ਮੇਰੀ ਇਸ ਪ੍ਰਾਪਰਟੀ ਦੇ ਮੁਤਾਬਕ ਲੋੜ ਨਹੀਂ ਸੀ, ਹੁਣ ਮੇਰੀ ਜਿਹੜੀ ਫੈਮਿਲੀ ਹੈ ਉਹ ਵੱਧ ਗਈ ਹੈ ਜਾਂ ਕੋਈ ਮੈਂ ਬੱਚਿਆਂ ਦੇ ਵਿਆਹ ਕਰ ਲਿਆ, ਹੁਣ ਜਿਹੜੀ ਸਾਡੇ ਕੋਲ ਜਗ੍ਹਾ ਹੈਗੀ ਹੈ ਉਹ ਇੰਨੀ ਕੁ ਸਪੇਸ਼ੀਅਸ ਨਹੀਂ ਹੈਗੀ ਹੈ ਕਿ ਉਹ ਸਾਰੇ ਐਡਜਸਟ ਕਰ ਸਕਣ, ਇਸ ਵਾਸਤੇ ਮੈਨੂੰ ਆਪਣੀ ਜਾਤੀ ਲੋੜ ਵਾਸਤੇ ਉਹ ਜਗ੍ਹਾ ਖਾਲੀ ਕਰਵਾਉਣੀ ਹੈ। ਉਹ ਦਰਖਾਸਤ ਫਿਰ ਅਦਾਲਤ 'ਚ ਦੇਗਾ। ਅਦਾਲਤ ਜੇ ਦਰਖਾਸਤ ਨੂੰ ਮਨਜ਼ੂਰ ਕਰੇਗੀ, ਜੇ ਉਹਨੂੰ ਲੱਗੇਗਾ ਕਿ ਇਹਦੀ ਜਿਹੜੀ ਲੋੜ ਹੈਗੀ ਹੈ ਉਹ ਬੜੀ ਜ਼ਰੂਰਤਮੰਦ ਹੈ ਤੇ ਇਸ ਵਾਸਤੇ ਉਹ ਹਦਾਇਤ ਦੇਗੀ ਇਹ ਪ੍ਰਾਪਰਟੀ ਨੂੰ ਖਾਲੀ ਹੋਣ ਵਾਸਤੇ। ਇਸ ਦੇ ਨਾਲ ਲੱਗਦਾ ਹੀ ਅਗਲਾ ਇੱਕ ਸਵਾਲ ਹੈ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿਹਨੂੰ ਅਸੀਂ ਕਾਨੂੰਨ ਮੁਤਾਬਕ ਕਹਿੰਦੇ ਹਾਂ ਕਮਰਸ਼ੀਅਲ ਪ੍ਰਾਪਰਟੀ ਜਾਂ ਨੌਨ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਕਹਿੰਦੇ ਹਾਂ, ਕਿਸੇ ਦੀ ਦੁਕਾਨ ਹੈ ਜਾਂ ਕਿਸੇ ਦਾ ਸ਼ੋਰੂਮ ਹੈ, ਉਹ ਕਿਰਾਏ ਦੇ ਉੱਤੇ ਦਿੱਤਾ ਹੋਇਆ ਹੈ। ਇੱਕ ਜਗ੍ਹਾ 'ਤੇ ਅਗਲੇ ਦੇ 2 ਸ਼ੋਰੂਮ ਹਨ, 3 ਸ਼ੋਰੂਮ ਹਨ, ਤਾਂ ਅਸੀਂ ਆਮ ਤੌਰ 'ਤੇ ਆ ਦੇਖਦੇ ਹਾਂ ਕਿ ਜਦ ਵੀ ਕੋਈ ਇੱਦਾਂ ਦਾ ਕੇਸ ਲੱਗਦਾ ਹੈ ਤਾਂ ਕੋਰਟ ਦੇ ਵਿੱਚ ਜਿਹੜਾ ਕਿਰਾਏਦਾਰ ਧਿਰ ਵੱਲੋਂ ਕਿਹਾ ਜਾਂਦਾ ਕਿ ਇਸ ਨੂੰ ਇਸ ਚੀਜ਼ ਦੀ ਲੋੜ ਨਹੀਂ ਹੈ ਕਿਉਂਕਿ ਇਸ ਦੇ ਕੋਲ ਆਲਰੇਡੀ ਇੱਕ ਜਗ੍ਹਾ ਹੈਗੀ ਆਪਣਾ ਇਹ ਵਰਤੋਂ ਦੇ ਲਈ। ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਇਹ ਕਿੰਨੀ ਕਿ ਇਹ ਇਸ ਗੱਲ ਦੇ ਵਿੱਚ ਦਮ ਹੈ? ਤਾਂ ਕਨਵਰ ਜੀ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਮੇਰੇ ਕੋਲ ਇੱਕ ਪ੍ਰਾਪਰਟੀ ਹੈ, ਇੱਕੋ ਹੀ ਪ੍ਰਾਪਰਟੀ ਤੇ ਮੈਂ ਕਿਰਾਏਦਾਰ ਨੂੰ ਦਿੱਤੀ ਹੋਈ ਹੈ, ਹੁਣ ਮੇਰਾ ਬੱਚਾ ਜਵਾਨ ਹੋ ਗਿਆ, ਉਹਨੂੰ ਮੈਂ ਕੰਮਕਾਰ ਵਾਸਤੇ ਵੀ ਸੈੱਟ ਕਰਨਾ ਹੈ ਤੇ ਮੇਰੀ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਇਹ ਜਿਸ ਵੇਲੇ ਬੱਚਾ ਜਵਾਨ ਹੋ ਜਾਂਦਾ ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਉਸ ਬੱਚੇ ਨੂੰ ਐਡਜਸਟ ਕਰਨਾ। ਜੇ ਮੇਰੇ ਕੋਲ ਇੱਕ ਪ੍ਰਾਪਰਟੀ ਹੈ, ਮੈਂ ਕਿਸੇ ਕਿਰਾਏ ਤੇ ਦਿੱਤੀ ਹੋਈ ਹੈ, ਜੇ ਮੇਰਾ ਆਪਣਾ ਹੀ ਬੱਚਾ ਜਵਾਨ ਹੋ ਗਿਆ ਤੇ ਮੈਨੂੰ ਕੰਮ ਖੋਲ ਕੇ ਦੇਣਾ, ਮੈਂ ਉਸ ਦੇ ਵਿਆਹ ਤੇ ਪ੍ਰਾਪਰਟੀ ਖਾਲੀ ਕਰਾ ਸਕਦਾ ਹਾਂ। ਦੂਸਰੀ ਗੱਲ, ਜੇ ਕਾਰਕ ਜਿੱਦਾਂ ਮੈਂ ਪਹਿਲੇ ਵੀ ਦੱਸਿਆ, ਜੇ ਕਾਰਕ ਉਹਨਾਂ ਨੂੰ ਲੱਗਦੇ ਆ ਕਿ ਇਹ ਕਾਰਕ ਦੇ ਵਿੱਚ ਫੁੱਲਫਿਲ ਨਹੀਂ ਕਰਦਾ, ਹੁਣ ਮੰਨ ਲਓ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੀਆਂ 2-3 ਪ੍ਰਾਪਰਟੀਜ਼ ਹੈਗੀਆਂ, ਮਕਾਨ ਮਾਲਕ ਨੂੰ ਇਹ ਦੱਸਣਾ ਪੈਂਦਾ ਹੈ, ਇਹ ਜ਼ਰੂਰੀ ਹੁੰਦਾ ਹੈ ਕਿ ਜਿਹੜੀ ਆਹ ਵਾਲੀ ਪ੍ਰਾਪਰਟੀ ਹੈ ਇਹ ਮੇਰੀ ਸਭ ਤੋਂ ਜ਼ਿਆਦਾ ਸੂਟੇਬਲ ਹੈ, ਮੈਨੂੰ ਇਸ ਵਾਸਤੇ ਮੈਨੂੰ ਇਹ ਖਾਲੀ ਚਾਹੀਦੀ ਹੈ। ਜੇ ਮੇਰੇ ਕੋਲ 3 ਪ੍ਰਾਪਰਟੀਆਂ ਤਿੰਨੋਂ ਕਿਰਾਏ ਤੇ ਮੈਂ ਦਿੱਤੀਆਂ ਹੋਈਆਂ, ਮੈਂ ਪ੍ਰਾਪਰਟੀ ਇੱਕੋ ਹੀ ਖਾਲੀ ਕਰਵਾਉਣੀ ਹੈ
ਪਰ ਮੈਨੂੰ ਇਹ ਦੱਸਣਾ ਪਏਗਾ ਇਹ ਸਭ ਤੋਂ ਅੱਛੀ ਪ੍ਰਾਪਰਟੀ ਹੈ ਜਿਹੜੀ ਮੈਨੂੰ ਮੇਰੀ ਜ਼ਰੂਰਤ ਦੇ ਮੁਤਾਬਕ ਮੈਨੂੰ ਸੈੱਟ ਬਹਿੰਦੀ ਹੈ ਤੇ ਮੈਂ ਇਹ ਖਾਲੀ ਕਰਾਉਣਾ ਚਾਹੁੰਦਾ, ਉਹਦੀ ਪ੍ਰਾਪਰਟੀ ਇੱਕੋ ਹੀ ਖਾਲੀ ਹੋਏਗੀ। ਠੀਕ ਹੈ ਜੀ। ਹੁਣ ਜਿੱਦਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ, ਬਹੁਤ ਸਾਰਾ ਜਿਹੜੇ ਸਾਡੇ ਭੈਣ ਭਰਾ ਹਨ ਉਹ ਜਿਹੜੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਹਨ, ਜਿਨ੍ਹਾਂ ਨੂੰ ਆਪਾਂ NRI ਕਹਿੰਦੇ ਹਨ। ਤਾਂ ਆਮ ਆਪਾਂ ਦੇਖਦੇ ਹਾਂ ਕਿ ਜਿਹੜੇ ਕਈ NRI ਸਾਡੇ ਵੀਰ ਹਨ ਜਾਂ ਭੈਣਾਂ ਹਨ, ਉਹਨਾਂ ਨੇ ਆਪਣੀਆਂ ਜਾਇਦਾਦਾਂ ਕਿਰਾਏ ਦੇ ਉੱਤੇ ਦਿੱਤੀਆਂ ਹੋਈਆਂ ਹਨ। ਪਰ ਜਦੋਂ ਖਾਲੀ ਕਰਵਾਉਣਾ ਚਾਹੁੰਦੇ ਹਨ, ਉਹਨਾਂ ਦੀ ਜਾਇਦਾਦ ਜਿਹੜੀ ਉਹ ਖਾਲੀ ਨਹੀਂ ਹੁੰਦੀ। ਆਮ ਤੌਰ 'ਤੇ ਜਿਹੜੇ ਕਿਰਾਏਦਾਰ ਹੁੰਦੇ ਉਹਨਾਂ ਦੇ ਵੱਲੋਂ ਆਹ ਪਲੀ ਲਈ ਜਾਂਦੀ ਹੈ ਜਾਂ ਡਿਫੈਂਸ ਲਈ ਜਾਂਦੀ ਕਿ ਇਹਨਾਂ ਨੂੰ ਲੋੜ ਹੈ ਨਹੀਂ ਇਸ ਪ੍ਰਾਪਰਟੀ ਦੀ। ਥੋੜ੍ਹਾ ਜਿਹਾ ਇਸ ਬਾਰੇ ਜਾਣਕਾਰੀ ਦਿਓ ਕਿ ਕੀ ਕਾਨੂੰਨ ਦੇ ਵਿੱਚ NRI ਵੀਰਾਂ ਦੇ ਲਈ ਕੋਈ ਸਪੈਸ਼ਲ ਜਿਹੜੀ ਵਿਧੀ ਜਾਂ ਜਿਹਨੂੰ ਆਪਾਂ ਕਹਿੰਦੇ ਪ੍ਰੋਵੀਜ਼ਨ ਮੌਜੂਦ ਹੈ, ਜਿਹਦੇ ਨਾਲ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਹਨ ਉਹ ਆਸਾਨੀ ਦੇ ਨਾਲ ਉਹਨਾਂ ਨੂੰ ਵਾਪਸ ਮਿਲ ਸਕਣ ਜੀ? ਦੇਖੋ ਜੀ, ਜਿਸ ਵੇਲੇ ਵੀ ਕਾਨੂੰਨ ਬਣਦਾ ਹੈ ਸਾਡੇ ਹਿੰਦੁਸਤਾਨ 'ਚ, ਪਹਿਲੇ ਮੈਂ ਤੁਹਾਨੂੰ ਦੱਸਿਆ ਕਿ ਈਸਟ ਪੰਜਾਬ ਅਰਬਨ ਰੈਂਟ ਰਿਸਟ੍ਰਿਕਸ਼ਨ ਐਕਟ ਆਇਆ 1949 ਦੇ ਵਿੱਚ। 2002 ਦੇ ਵਿੱਚ ਉਹਨਾਂ ਨੇ ਸਪੈਸ਼ਲ ਪ੍ਰੋਵੀਜ਼ਨਸ ਕੀਤਾ ਸੀ NRI ਵੀਰਾਂ ਵਾਸਤੇ। ਹੁਣ ਵੀ ਜਿਹੜਾ ਪੰਜਾਬ ਰੈਂਟ ਐਕਟ 1995 ਆਇਆ ਉਹਦੇ ਵਿੱਚ ਵੀ ਉਹਨਾਂ ਨੇ ਸਪੈਸ਼ਲ ਪ੍ਰੋਵੀਜ਼ਨ ਸੈਕਸ਼ਨ 24 ਰੱਖਿਆ, ਜਿਹੜਾ ਖਾਸ ਤੌਰ ਤੇ NRI ਵੀਰਾਂ ਵਾਸਤੇ, ਹੈਂਡੀਕੈਪਡ ਵਾਸਤੇ, ਜਿਹੜੀ ਵਿਡੋਜ਼ ਹੈ ਜਾਂ ਕੋਈ ਆਰਮੀ ਪਰਸਨਲ ਹੈ ਜਿਹੜੇ ਰਿਟਾਇਰ ਹੁੰਦੇ ਆ, ਉਹ ਸਪੈਸੀਫਾਈਡ ਲੈਂਡਲੋਰਡ ਦੀ ਕੈਟੇਗਰੀ 'ਚ ਉਹਨਾਂ ਨੇ ਰੱਖੇ ਹੈ। ਉਹ ਆਪਣੀ ਜ਼ਮੀਨ ਇੱਕ ਰੈਜ਼ੀਡੈਂਸ਼ੀਅਲ ਤੇ ਇੱਕ ਕਮਰਸ਼ੀਅਲ ਡਿਊਰਿੰਗ ਅ ਲਾਈਫ ਟਾਈਮ ਉਹ ਖਾਲੀ ਕਰਾ ਸਕਦੇ ਨੇ। ਇੱਕ ਉਹ ਆਪਣੀ ਕਮਰਸ਼ੀਅਲ ਇਮਾਰਤ ਕੋਈ ਵੀ ਖਾਲੀ ਕਰਾ ਸਕਦੇ ਆ ਤੇ ਇੱਕ ਆਪਣੀ ਰੈਜ਼ੀਡੈਂਸ਼ੀਅਲ ਆਪਣੀ ਜਾਤੀ ਲੋੜ ਵਾਸਤੇ ਖਾਲੀ ਕਰਾ ਸਕਦੇ। ਇਹ ਜ਼ਰੂਰੀ ਨਹੀਂ, ਪਹਿਲੇ ਐਕਟ ਦੇ ਪ੍ਰੋਵੀਜ਼ਨ ਸੀਗਾ ਕਿ ਉਹਨਾਂ ਨੂੰ ਇੱਥੇ ਆਉਣਾ ਪੈਂਦਾ, ਪਰ ਆਮ ਤੌਰ ਤੇ ਜੋ ਹੁਣ ਮਾਨਯੋਗ ਪੰਜਾਬ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਜਜਮੈਂਟਸ ਆ ਰਹੀਆਂ ਉਹਦੇ ਮੁਤਾਬਕ ਉਹਨਾਂ ਨੇ ਉਹ ਕਿਹਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਉਹ ਇੱਥੇ ਆ ਕੇ ਵਸ ਜਾਵੇ। ਜਿਸ ਵੇਲੇ ਉਹਦੀ ਖਾਲੀ ਪ੍ਰਾਪਰਟੀ ਹੋ ਜਾਂਦੀ ਹੈ ਫਿਰ ਉਹਨੂੰ ਇੱਥੇ ਆ ਕੇ ਲਾਜ਼ਮੀ ਤੌਰ ਤੇ ਰਹਿਣਾ ਪੈਂਦਾ। ਜੇ ਉਹ ਨਹੀਂ ਰਹਿੰਦਾ ਫਿਰ ਪ੍ਰਾਪਰਟੀ ਦੁਬਾਰਾ ਵਾਪਸ ਟੇਨੈਂਟ ਕੋਲ, ਜੇ ਉਹ ਇਹ ਸਾਬਤ ਕਰ ਦੇਵੇ ਕਿ ਇਹਦੇ ਜਿਹੜੀ ਪ੍ਰਾਪਰਟੀ ਮੇਰੇ ਤੋਂ ਤੇ ਖਾਲੀ ਕਰਵਾ ਲਈ ਪਰ ਇਹਨੇ ਦੁਬਾਰਾ ਕਿਰਾਏ ਤੇ ਚਾੜਤੀ ਹੈ, ਫਿਰ ਉਹ ਟੇਨੈਂਟ ਕੋ ਵੀ ਅਧਿਕਾਰ ਹੈ, ਉਹ ਦੁਬਾਰਾ ਅਦਾਲਤ ਦਾ ਦਰਵਾਜ਼ਾ ਖਟਖਟਾ ਸਕਦਾ ਹੈ ਕਿ ਇਹਨੇ ਆਪਣੀ ਜਿਹੜੀ ਪ੍ਰਾਪਰਟੀ ਹੈ ਜਾਤੀ ਲੋੜ ਵਾਸਤੇ ਖਾਲੀ ਕਰਾਈ ਸੀ ਪਰ ਇਹਨੇ ਦੁਬਾਰਾ ਉਹਨੂੰ ਕਿਰਾਏ ਤੇ ਦੇ ਦਿੱਤਾ ਹੈ। ਉਸ ਬਣਾ ਤੇ ਦੁਬਾਰਾ ਕਿਰਾਏਦਾਰ ਕੋਲ ਪ੍ਰਾਪਰਟੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਅਗਲਾ ਇਹੀ ਸਵਾਲ ਹੈ ਕਿ ਇੱਕ NRI ਵੀਰ ਹੈ, ਉਸਨੇ ਇੱਕ ਪ੍ਰਾਪਰਟੀ ਆਪਣੀ ਜਿਹੜੀ ਹੈ ਜਾਇਦਾਦ ਕਿਰਾਏ ਤੇ ਦਿੱਤੀ ਸੀ, ਮਾਣਯੋਗ ਅਦਾਲਤ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ। ਬਿਲਕੁਲ ਤੁਸੀਂ ਜਿੱਦਾਂ ਦੱਸਿਆ ਕਿ ਉਸ ਨੂੰ ਆਪਣੀ ਵਰਤੋਂ ਲਈ ਰੱਖਣੀ ਪਊਗੀ, ਕੋਈ ਇਹੋ ਜਿਹਾ ਸਮਾਂ ਵੀ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਜਿਸ ਦੇ ਵਿੱਚ ਉਹ ਪ੍ਰਾਪਰਟੀ ਨੂੰ ਆਪਣੇ ਕੋਲ ਰੱਖ ਸਕਦਾ ਹੈ? ਰੱਖਣਾ ਮਤਲਬ ਜ਼ਰੂਰੀ ਹੈ ਜਾਂ ਵੇਚ ਨਹੀਂ ਸਕਦਾ? ਇਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, NRI ਵੀਰਾਂ ਵਾਸਤੇ ਜਾਂ ਜਿਨ੍ਹਾਂ ਨੇ ਪ੍ਰਾਪਰਟੀ ਲੈਂਡਲੋਰਡਸ ਨੇ ਆਪਣੀ ਖਾਲੀ ਕਰਾਈ ਹੈ, ਜੋ ਐਕਟ ਹੈਗਾ, ਐਕਟ ਦੇ ਵਿੱਚ ਪ੍ਰੋਵੀਜ਼ਨ ਦਿੱਤੀ ਉਹਨਾਂ ਨੇ 3 ਸਾਲ ਦੀ ਪ੍ਰੋਵੀਜ਼ਨ ਦਿੱਤੀ ਹੈ। 3 ਸਾਲ ਤੱਕ ਤੁਹਾਨੂੰ ਪ੍ਰਾਪਰਟੀ ਨੂੰ ਆਕੂਪਾਈ ਕਰਨਾ ਲਾਜ਼ਮੀ ਹੈ। ਉਸ ਤੋਂ ਪਹਿਲੇ ਤੁਸੀਂ ਕਿਸੇ ਨਾਲ ਵੀ ਕੋਈ ਕਿਰਾਏਨਾਮਾ ਜਾਂ ਪ੍ਰਾਪਰਟੀ ਵੇਚ ਨਹੀਂ ਸਕਦੇ। ਜੇ ਤੁਸੀਂ ਵੇਚੋਗੇ ਤੇ ਜਿਹੜੇ ਟੇਨੈਂਟ ਵੱਲੋਂ ਖਾਲੀ ਹੋਈ ਹੈ ਉਹਦੇ ਕੋਲ ਅਧਿਕਾਰ ਹੈ ਕਿ ਉਹ ਕਾਨੂੰਨ ਦੇ ਮੱਦੇਨਜ਼ਰ ਦਰਖਾਸਤ ਦੇਵੇ ਮਾਨਯੋਗ ਅਦਾਲਤ ਦੇ ਵਿੱਚ ਕਿ ਇਹਨੇ ਮੇਰੇ ਤੋਂ ਪ੍ਰਾਪਰਟੀ ਖਾਲੀ ਕਰਾ ਲਈ ਪਰ ਇਹਨੇ ਦੁਬਾਰਾ ਉਸ ਪ੍ਰਾਪਰਟੀ ਦਾ ਕੋਈ ਸੌਦਾ ਕਰ ਲਿਆ ਜਾਂ ਉਹਨੇ ਵੇਚਦੀ ਹੈ ਤੇ ਇਹਨੇ ਹੋਰ ਕੋਈ ਕਿਰਾਏਦਾਰ ਨੇ ਕਿਰਾਏਨਾਮਾ ਲਿਖ ਲਿਆ, ਫਿਰ ਉਹਦੇ ਕੋਲ ਅਧਿਕਾਰ ਹੈ ਉਹ ਪ੍ਰਾਪਰਟੀ ਨੂੰ ਦੁਬਾਰਾ ਲੈ ਸਕਦਾ, ਰੀਆਕੂਪਾਈ ਕਰ ਸਕਦਾ। ਇੱਕ ਥੋੜਾ ਜਿਹਾ ਛੋਟਾ ਜਿਹਾ ਇੱਕ ਸਵਾਲ ਤੁਹਾਨੂੰ ਹੋਰ ਪੁੱਛਣਾ ਚਾਹਾਂਗੇ ਕਿ ਟੈਕਨੀਕਲ ਸਵਾਲ ਹੈ ਕਿ ਜਦ ਤੁਸੀਂ ਦੱਸਿਆ ਕਿ ਇੱਕ ਰੈਂਟ ਐਕਟ ਆ ਗਿਆ ਹੈ, ਨਵਾਂ ਆ ਗਿਆ ਹੈ, ਇਸ ਦੇ ਵਿੱਚ ਸਾਡੇ ਉੱਤੇ ਕਿਸੇ ਨੇ ਕੇਸ ਕਰ ਦਿੱਤਾ ਹੈ, ਕੀ ਉਹਦੇ ਵਿੱਚ ਕੋਈ ਇਹੋ ਜਿਹੀ ਮਿਆਦ ਵੀ ਹੁੰਦੀ ਹੈ ਕਿ ਇੱਕ ਮਿੱਥੇ ਸਮੇਂ ਦੇ ਅੰਦਰ ਸਾਨੂੰ ਪੇਸ਼ ਹੋ ਕੇ ਮਾਣਯੋਗ ਅਦਾਲਤ ਕੋਲ ਆਪਣਾ ਪੱਖ ਰੱਖਣਾ ਹੈ? ਬਿਲਕੁਲ, ਜਿਸ ਵੇਲੇ ਵੀ ਨਵਾਂ ਕੇਸ ਅਸੀਂ ਫਾਈਲ ਕਰਦੇ ਹਾਂ ਉਹਦੇ ਵਿੱਚ ਜਿਹੜੇ ਤੇ NRIs ਦੇ ਕੇਸਿਸ ਹੈਗੇ ਆ, NRI 'ਚ ਸਭ ਤੋਂ ਪਹਿਲੇ ਸਾਨੂੰ ਅਦਾਲਤ ਕੋਲ ਕਿਰਾਏ ਵਾਲੇ ਨੇ, ਇਨਸਾਨ ਨੇ ਆ ਕੇ ਪਰਮਿਸ਼ਨ ਲੈਣੀ ਹੁੰਦੀ ਹੈ ਕਿ ਮੇਰੇ ਕੋਲ ਕੁਝ ਗਰਾਊਂਡਸ ਹੈਗੇ ਆ ਜਿਹੜੇ ਉਹਨੂੰ ਡਿਸਐਂਟਾਈਟਲ ਕਰਦੇ ਆ ਕਿ ਉਹਦੀ ਬੇਦਖਲੀ ਨਹੀਂ ਹੋ ਸਕਦੀ ਮੇਰੀ। ਉਹ ਜਿਹੜੀ ਮਿਆਦ ਆ ਉਹ ਲੀਵ ਟੂ ਡਿਫੈਂਡ ਅਸੀਂ ਉਹਨੂੰ ਕਹਿੰਦੇ ਆ। ਲੀਵ ਟੂ ਡਿਫੈਂਡ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਉਹਨੇ ਲੈਣੀ ਹੁੰਦੀ ਹੈ। ਫਿਰ ਉਹਨੇ ਅਦਾਲਤ 'ਚ ਆ ਕੇ ਦੱਸਣਾ ਹੁੰਦਾ ਹੈ ਕਿ ਆਹ ਜਿਹੜੀ ਹਦਾਇਤ ਹੈ ਮੇਰੀ, ਇਹਦੇ ਵਿੱਚ ਇਹਨਾਂ ਦੇ ਜਿਹੜੇ ਗਰਾਊਂਡਸ ਹੈ ਉਹ ਸੈਟੀਸਫਾਈ ਨਹੀਂ ਹੁੰਦੇ, ਜੋ ਇਹ ਕਹਿ ਰਿਹਾ ਉਹ ਝੂਠ ਕਹਿ ਰਿਹਾ, ਇਹਦੇ ਕੋਲ ਹੋਰ ਵੀ ਪ੍ਰਾਪਰਟੀ ਹੈਗੀਆਂ ਇਹਨੇ ਦੱਸੀਆਂ ਨਹੀਂ ਹੈ ਜਾਂ ਕੋਈ ਲੈਂਡਲੋਰਡ ਇਹਨੇ ਨਹੀਂ ਦੱਸਿਆ, ਉਹ ਸਾਰੀਆਂ ਹਦਾਇਤਾਂ ਨੂੰ ਦੱਸਣੀਆਂ ਪੈਂਦੀਆਂ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਊਗਾ। ਅਗਲੀ ਵਾਰ ਇਸੇ ਸਮੇਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਤੁਹਾਡੇ ਰੂਬਰੂ ਹੋਵਾਂਗੇ। ਤਦ ਲਈ ਨਮਸਕਾਰ ਜੀ। ਧੰਨਵਾਦ।